ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਡਿਠੇ ਸੱਚੇ ਪਾਤਿਸਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਿਸਾਹੁ, ਸਿਰ ਸਾਹਾਂ ਦੈ ਸਾਹੁ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੁ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਕੀ ਵਾਰ ਮਹੱਲਾ ਪੰਜਵਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹੱਲਾ ਪੰਜਵਾ। ਜੈਸਾ ਸਤਿਗੁਰ ਸੁਣੀਦਾ, ਤੈਸੋ ਦੀਨੈ ਡੀਠ। ਵਿਛੜਿਆ ਮਿਲੈ ਪ੍ਰਭੂ, ਹਰ ਦਰਗਹਿ ਕਾ ਵਸੀਠ। ਜੈਸਾ ਸਤਿਗੁਰ ਸੁਣੀਦਾ, ਤੈਸੋ ਦੀਨੈ ਡੀਠ। ਵਿਛੜਿਆ ਮਿਲੈ ਪ੍ਰਭੂ, ਹਰ ਦਰਗਹਿ ਕਾ ਵਸੀਠ। ਹਰ ਨਾਮੋ ਮੰਤਰ ਦ੍ਰਿੜਾਏਗਾ, ਕੱਟੇ ਹਉਮੈ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨਾ ਧੁਰੇ ਪਿਆ ਸੰਜੋਗ। ਹਰ ਨਾਮੋ ਮੰਤਰ ਦ੍ਰਿੜਾਏਗਾ, ਕੱਟੇ ਹਉਮੈ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨਾ ਧੁਰੇ ਪਿਆ ਸੰਜੋਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਹਰ ਜਹੂਰ ਹਾਜ਼ਰ ਹਜੂਰ, ਸਰਬ ਕਲਾ ਭਰਪੂਰ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ, ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਅਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ
ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ। ਪੰਜ ਬਾਣੀਆਂ ਦਾ ਨਿਤਨੇਮ, ਆਸਾ ਕੀ ਵਾਰ ਦਾ ਸੰਪੂਰਨ ਕੀਰਤਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਹੋਇਆ ਹੈ। ਲੜੀਵਾਰ ਰੂਪ ਵਿੱਚ ਸਤਿਗੁਰੂ ਜੀ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਹਨ। ਰਾਮਕਲੀ ਦੀ ਜੋ ਦੂਸਰੀ ਵਾਰ ਹੈ, ਰਾਮਕਲੀ ਰਾਗ ਦੀ ਅੱਜ ਗੁਰੂ ਮਹਾਰਾਜ ਸਾਹਿਬ ਜੀ ਆਰੰਭ ਕਰ ਰਹੇ ਹਨ। ਸਾਧ ਸੰਗਤ ਜੀ, ਰਾਮਕਲੀ ਰਾਗ ਦੀ ਪਹਿਲੀ ਵਾਰ ਦੀ ਸੰਪੂਰਨਤਾਈ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਕੱਲ੍ਹ ਹੋਈ ਹੈ ਔਰ ਪਹਿਲੀ ਵਾਰ ਦੀਆਂ 21 ਪੌੜੀਆਂ ਸਾਧ ਸੰਗਤ ਜੀ ਸ਼ਲੋਕਾਂ ਦੇ ਸਹਿਤ ਆਈਆਂ ਹਨ। ਰਾਮਕਲੀ ਰਾਗ ਦੀ ਪਹਿਲੀ ਵਾਰ 956 ਅੰਗ ਤੇ ਸੰਪੂਰਨ ਹੋਈ ਹੈ ਔਰ ਰਾਮਕਲੀ ਰਾਗ ਦੀ ਦੂਸਰੀ ਵਾਰ 957 ਅੰਗ ਤੋਂ ਮਹਾਰਾਜ ਸਾਹਿਬ ਜੀ ਆਰੰਭ ਕਰ ਰਹੇ ਹਨ। ਔਰ ਇਹ ਰਾਮਕਲੀ ਰਾਗ ਦੀ ਜੋ ਦੂਸਰੀ ਵਾਰ ਹੈ 957 ਅੰਗ ਤੋਂ ਆਰੰਭ ਹੋ ਕੇ 966 ਅੰਗ ਤੇ ਇਹ ਸੰਪੂਰਨ ਹੁੰਦੀ ਹੈ ਔਰ ਇਸ ਦੀਆਂ 22 ਪੌੜੀਆਂ ਹਨ। ਸਾਧ ਸੰਗਤ ਜੀ, ਜਿਵੇਂ ਪਹਿਲੀ ਵਾਰ ਦੀਆਂ 21 ਪੌੜੀਆਂ ਹਨ ਤੇ ਰਾਮਕਲੀ ਰਾਗ ਦੀ ਇਹ ਦੂਸਰੀ ਵਾਰ ਦੀਆਂ 22 ਪੌੜੀਆਂ ਹਨ। ਤੇ ਗੁਰੂ ਮਹਾਰਾਜ ਸਾਹਿਬ ਜੀ ਜਿਵੇਂ ਕਿਰਪਾ ਕਰਦੇ ਹਨ, ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਕੀ ਵਾਰ ਮਹੱਲਾ ਪੰਜਵਾ। ਰਾਮਕਲੀ ਰਾਗ ਹੈ। ਰਾਮਕਲੀ ਰਾਗ ਦੀ ਇਹ ਸਾਧ ਸੰਗਤ ਜੀ ਦੂਸਰੀ ਵਾਰ ਹੈ। ਰਾਮਕਲੀ ਕੀ ਵਾਰ, ਰਾਮਕਲੀ ਕੀ ਤੋਂ ਭਾਵ ਹੈ ਵੀ ਰਾਮਕਲੀ ਰਾਗ ਕੀ, ਰਾਮਕਲੀ ਰਾਗ ਦੀ ਇਹ ਵਾਰ ਹੈ। ਵਾਰ ਸਾਧ ਸੰਗਤ ਜੀ ਜਦੋਂ ਦੋ ਸੂਰਮੇ ਆਪਸ ਵਿੱਚ ਲੜਦੇ ਹੋਣ ਤੇ ਫਿਰ ਉਹ ਸ਼ਸਤਰਾਂ ਦਾ ਵਾਰ ਕਰਦੇ ਇੱਕ ਦੂਸਰੇ ਦੇ ਉੱਤੇ, ਹਥਿਆਰਾਂ ਦਾ ਵਾਰ ਕਰਦੇ ਹਨ ਤੇ ਦੋਵਾਂ ਸੂਰਮਿਆਂ ਦੇ ਵਾਰ ਇੱਕ ਦੂਸਰੇ ਤੇ ਹੁੰਦੇ ਹਨ। ਜਿਸ ਵੇਲੇ ਉਹ ਸੂਰਮ ਗਤੀ ਵਿਖਾਉਂਦੇ ਆ ਤੇ ਫਿਰ ਸੂਰਮਿਆਂ ਦੀਆਂ ਵਾਰਾਂ ਬਣਦੀਆਂ ਹਨ। ਜਿਹੜਾ ਸੂਰਮਾ ਜਿੱਤ ਜਾਂਦਾ ਹੈ, ਜਿਸ ਦੀ ਫਤਿਹ ਹੁੰਦੀ ਹੈ, ਜਿਸ ਦੀ ਜਿੱਤ ਹੁੰਦੀ ਹੈ, ਉਹਦੀਆਂ ਵਾਰਾਂ ਬਣਾ ਕਰਕੇ ਗਾਈਆਂ ਜਾਂਦੀਆਂ। ਵਾਰਾਂ ਸੂਰਮਿਆਂ ਦੀਆਂ ਗਾਈਆਂ ਜਾਂਦੀਆਂ ਤੇ ਲੜਨ ਵਾਸਤੇ ਦੋ ਹੁੰਦੇ ਹਨ, ਇੱਕ ਹਾਰਦਾ ਹੈ, ਇੱਕ ਜਿੱਤਦਾ। ਜਿਹੜਾ ਜਿੱਤਦਾ ਹੈ ਉਹਦੇ ਜਸ ਦੀਆਂ ਵਾਰਾਂ ਗਾਈਆਂ ਜਾਂਦੀਆਂ, ਸੂਰਮਿਆਂ ਦੀਆਂ ਵਾਰਾਂ, ਬਹਾਦਰਾਂ ਦੀਆਂ ਵਾਰਾਂ ਗਾਈਆਂ ਜਾਂਦੀਆਂ। ਤਾਂ ਜਿਵੇਂ ਸੂਰਮਿਆਂ ਦੀਆਂ ਵਾਰਾਂ ਹਨ, ਇਸੇ ਤਰ੍ਹਾਂ ਜੋ ਮਹਾਰਾਜ ਸਾਹਿਬ ਜੀ ਨੇ ਇਹ 22 ਵਾਰਾਂ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਅੰਦਰ ਅੰਕਿਤ ਕੀਤੀਆਂ। 21 ਵਾਰਾਂ ਗੁਰੂ ਸਾਹਿਬਾਂ ਦੀਆਂ ਉਚਾਰਨ ਕੀਤੀਆਂ ਹੋਈਆਂ ਤੇ ਇੱਕ ਵਾਰ ਗੁਰੂ ਘਰ ਦੇ ਕੀਰਤਨੀਆਂ ਦੀ ਉਚਾਰਨ ਕੀਤੀ ਹੋਈ ਹੈ, ਜੋ ਰਾਮਕਲੀ ਰਾਗ ਦੀ ਤੀਸਰੀ ਵਾਰ ਗੁਰੂ ਘਰ ਦੇ ਰਬਾਬੀਆਂ ਦੀ ਰਚੀ ਹੋਈ ਹੈ। ਤਾਂ ਮਹਾਰਾਜ ਸਾਹਿਬ ਜੀ ਨੇ ਇਹ ਦੋਵਾਂ ਸੂਰਮਿਆਂ ਦੀ ਜੋ ਵਾਰ ਹੁੰਦੀ ਹੈ, ਇਸੇ ਪ੍ਰਕਾਰ ਗੁਰੂ ਸਾਹਿਬਾਂ ਦੀਆਂ ਜੋ ਇਹ ਵਾਰਾਂ ਹਨ, ਇਹਦੇ ਵਿੱਚ ਦੋ ਸੂਰਮੇ ਕਿਹੜੇ ਹਨ? ਇੱਕ ਵਿਵੇਕ ਹੈ ਤੇ ਦੂਸਰਾ ਮੋਹ ਹੈ। ਇੱਕ ਪਾਸੇ ਗਿਆਨ ਹੈ, ਦੂਸਰੇ ਪਾਸੇ ਅਗਿਆਨ ਹੈ। ਵਿਵੇਕ ਦੀ ਜਿੱਤ ਹੈ, ਮੋਹ ਦੀ ਹਾਰ ਹੈ। ਗਿਆਨ ਦੀ ਜਿੱਤ ਹੈ, ਅਗਿਆਨ ਦੀ ਹਾਰ ਹੈ। ਇਹਨਾਂ ਵਾਰਾਂ ਵਿੱਚ ਗੁਰਮੁਖਾਂ ਦਾ ਤੇ ਮਨਮੁਖਾਂ ਦਾ ਕਥਨ ਕੀਤਾ ਹੈ ਮਹਾਰਾਜ ਸਾਹਿਬ ਜੀ। ਗੁਰਮੁਖਾਂ ਦੀ ਜਿੱਤ ਦਾ ਕਥਨ ਹੈ, ਗੁਰਮੁਖਾਂ ਦੀ ਫਤਿਹ ਜਾਬੀ ਦਾ ਕਥਨ ਹੈ, ਮਨਮੁਖਾਂ ਦੀ ਹਾਰ ਦਾ ਇਹਦੇ ਵਿੱਚ ਕਥਨ ਹੈ। ਤਾਂ ਇਹ ਗੁਰਮੁਖਾਂ ਤੇ ਮਨਮੁਖਾਂ ਦਾ ਇਹ ਸਾਧ ਸੰਗਤ ਜੀ ਆਪਸ ਦੇ ਵਿੱਚ ਇਹ ਯੁੱਧ ਲੱਗਾ ਹੋਇਆ ਹੈ, ਇਹ ਅਖਾੜਾ ਲੱਗਾ ਹੋਇਆ ਹੈ।
ਗੁਰਮੁਖਾਂ ਦੀ ਜਿੱਤ ਹੈ, ਗਿਆਨ ਦੀ ਜਿੱਤ ਹੈ, ਵਿਵੇਕ ਦੀ ਜਿੱਤ ਹੈ। ਤੋ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਕਿਰਪਾ ਕੀਤੀ ਹੈ ਇਹਨਾਂ ਵਾਰਾਂ ਦੇ ਅੰਦਰ। ਫਿਰ ਪਹਿਲੇ ਸਮੇਂ ਵਿੱਚ ਵਾਰਾਂ ਕੱਲੀਆਂ ਪੌੜੀਆਂ ਦੇ ਰੂਪ ਵਿੱਚ ਹੀ ਹੁੰਦੀਆਂ ਸਨ। ਸਾਧ ਸੰਗਤ ਜੀ, ਗੁਰੂ ਸਾਹਿਬਾਂ ਨੇ ਇਹਨਾਂ ਵਾਰਾਂ ਦੇ ਨਾਲ ਸ਼ਲੋਕ, ਇਹ ਮਹੱਲੇ ਅੰਕਿਤ ਕੀਤੇ ਹਨ। ਇਹ ਸਤਿਗੁਰਾਂ ਦੀ ਸੁਤੰਤਰਤਾ ਹੈ, ਇਹ ਸਤਿਗੁਰਾਂ ਦੀ ਖੁਸ਼ੀ ਹੈ, ਇਹ ਸਤਿਗੁਰਾਂ ਦੀ ਬਖਸ਼ਿਸ਼ ਹੈ। ਤੋ ਮਹਾਰਾਜ ਸਾਹਿਬ ਕਿਰਪਾ ਕਰਦੇ ਹਨ। ਰਾਮ ਕਲੀ ਕੀ ਵਾਰ, ਇਹ ਰਾਮ ਕਲੀ ਰਾਗ ਕੀ ਇਹ ਦੂਸਰੀ ਵਾਰ ਆਰੰਭ ਹੋ ਰਹੀ ਹੈ। ਮਹੱਲਾ ਪੰਜਵਾ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਇਹ ਵਾਰ ਹੈ। ਔਰ ਇਸ ਵਾਰ ਦੇ ਵਿੱਚ ਜਿੰਨੀਆਂ ਪੌੜੀਆਂ ਹਨ ਉਹ ਸਾਰੀਆਂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ। 22 ਪੌੜੀਆਂ ਹਨ। ਔਰ ਇਸ ਦੇ ਵਿੱਚ ਜਿੰਨੇ ਮਹੱਲੇ ਵੀ ਆਉਣਗੇ ਉਹ ਵੀ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਹਨ। ਜਾਂ ਇਸ ਤਰ੍ਹਾਂ ਕਹੀਏ ਵੀ ਇਹ ਸੰਪੂਰਨ ਸਾਰੀ ਦੀ ਸਾਰੀ ਵਾਰ ਪੰਜਵੇਂ ਪਾਤਸ਼ਾਹ ਬਾਣੀ ਕੇ ਬੋਹਿਤ, ਸ਼ਾਂਤ ਸਰੂਪ, ਗੈਰ ਗੰਭੀਰ, ਸ਼ਹੀਦਾਂ ਦੇ ਸਿਰਤਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਆਪ ਜੀ ਕਿਰਪਾ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਰੰਭ ਵਿੱਚ ਮਹਾਰਾਜ ਸਾਹਿਬ ਜੀ ਨੇ ਮੰਗਲ ਕੀਤਾ ਹੈ। ਔਰ ਇਹ ਮੰਗਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਅੰਦਰ 500 ਤੋਂ ਵਧੇਕ ਵਾਰੀ ਆਇਆ ਹੈ। ਇੱਕ ਓੰਕਾਰ, ਪਰਮਾਤਮਾ ਇੱਕ ਹੈ, ਜਿਸ ਵਰਗਾ ਕੋਈ ਦੂਜਾ ਨਹੀਂ ਹੈ। ਉਹ ਆਪਣੇ ਵਰਗਾ ਆਪ ਹੀ ਹੈ। ਇੱਕ ਅਦਵੈਤ ਸਰੂਪ ਹੈ। ਓੰਕਾਰ ਰਚਨਾ, ਪਾਲਣਾ ਤੇ ਲੈਤਾ ਕਰਨ ਵਾਲਾ ਹੈ। ਓੰਕਾਰ ਦੀ ਧੁਨ ਦੁਆਰਾ ਹੀ ਉਸਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ। ਓੰਕਾਰ ਉਤਪਾਤੀ ਕੀਆ ਦਿਨਸ ਸਭ ਰਾਤੀ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ, ਏਕ ਕਵਾਵੈ ਤੇ ਸਭ ਹੋਆ। ਓੰਕਾਰ ਦੀ ਧੁਨ ਦੁਆਰਾ ਹੀ ਉਸਨੇ ਕਰੋੜਾਂ ਖੰਡਾਂ ਬ੍ਰਹਿਮੰਡਾਂ ਦੀ ਸਿਰਜਣਾ ਕੀਤੀ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਓੰਕਾਰ ਉਚਾਰਨ ਮਾਤਰ ਸੇ ਰੱਖਿਆ ਕਰਨ ਵਾਲਾ ਹੈ। ਜਦੋਂ ਉਸ ਪ੍ਰਭੂ ਦਾ ਕੋਈ ਨਾਮ ਉਚਾਰਦਾ ਹੈ ਤਾਂ ਉਸ ਦੀ ਰੱਖਿਆ, ਸਹਾਇਤਾ ਹੁੰਦੀ ਹੈ। ਗਰੀਬ ਨਵਾਜ ਸਤਿਗੁਰੂ ਜੀ ਆਪ ਜੀ ਕਿਰਪਾ ਕਰਦੇ ਹਨ। ਪ੍ਰਭੂ ਇੱਕ ਹੈ, ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਉਸ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਸਤਿਗੁਰ ਪ੍ਰਸਾਦ, ਸੱਚੇ ਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਹੀ ਉਸ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ। ਸ਼ਲੋਕ ਮਹੱਲਾ ਪੰਜਵਾ। ਸ਼ਲੋਕ ਉਚਾਰਨ ਕਰਦੇ ਹਨ ਪੰਜਵੇਂ ਪਾਤਸ਼ਾਹ ਮਹਾਰਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ, ਜਿਨ੍ਹਾਂ ਸਤਿਗੁਰਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਅੰਮ੍ਰਿਤ ਬਾਣੀ 30 ਰਾਗਾਂ ਦੇ ਵਿੱਚ ਹੈ। ਸਾਧ ਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ 31 ਰਾਗ ਹਨ। ਸ੍ਰੀ ਰਾਗ ਤੋਂ ਲੈ ਕੇ ਜੈਜਾਵੰਤੀ ਤੱਕ। ਤੇ ਜੈਜਾਵੰਤੀ ਰਾਗ ਦੇ ਅੰਦਰ 4 ਸ਼ਬਦ ਹਨ। ਤੇ ਜੈਜਾਵੰਤੀ ਰਾਗ ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਉਸ ਰਾਗ ਤੋਂ ਪਹਿਲਾਂ 30 ਰਾਗ ਰਾਗਣੀਆਂ ਹਨ। ਉਹਨਾਂ 30 ਹੀ ਰਾਗਾਂ ਰਾਗਣੀਆਂ ਦੇ ਅੰਦਰ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਪੰਜਵੇਂ ਪਾਤਸ਼ਾਹੀ ਦੀ ਬਾਣੀ ਹੈ। ਸ੍ਰੀ ਰਾਗ ਤੋਂ ਲੈ ਕੇ ਪ੍ਰਭਾਤੀ ਰਾਗ ਤੱਕ। ਔਰ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਜਦੋਂ ਆਪਾਂ ਪੜ੍ਹਦੇ ਹਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਸਭ ਤੋਂ ਵੱਧ ਬਾਣੀ ਪੰਜਵੇਂ ਪਾਤਸ਼ਾਹੀ ਦੀ ਰਚਨਾ ਤੋਂ ਉਚਾਰਨ ਕੀਤੀ ਹੋਈ ਹੈ। ਜਿਨ੍ਹਾਂ ਨੂੰ ਛੋਟੀ ਉਮਰੇ ਹੀ ਸਰੀਰਕ ਅਵਸਥਾ ਜਿਸ ਵੇਲੇ ਬਚਪਨ ਦੇ ਵਿੱਚ ਸੀ ਤੇ ਨਾਨਾ ਸਤਿਗੁਰੂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਤੀਜੇ ਪਾਤਸ਼ਾਹ ਨੇ ਵਰਦਾਨ ਦਿੱਤਾ ਸੀ, ਦੋਹਿਤਾ ਬਾਣੀ ਕਾ ਬੋਹਿਤਾ। 1620 ਬਿਕਰਮੀ ਸੰਮਤ ਵਿੱਚ
ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਧੰਨ ਧੰਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਧੰਨ ਧੰਨ ਮਾਤਾ ਬੀਬੀ ਭਾਨੀ ਜੀ ਸ੍ਰੀ ਗੋਇੰਦਵਾਲ ਸਾਹਿਬ ਦੇ ਵਿੱਚ ਆਪ ਪ੍ਰਗਟ ਹੋਏ। ਬਚਪਨ ਦੇ 11 ਸਾਲ ਨਾਨਾ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਗੁਜ਼ਰੇ। ਉਹਨਾਂ ਦਿਨਾਂ ਵਿੱਚ ਹੀ ਇਹ ਵਰਦਾਨ ਪ੍ਰਾਪਤ ਹੋਇਆ। 1631 ਦੇ ਵਿੱਚ ਚੌਥੇ ਪਾਤਸ਼ਾਹ ਮਹਾਰਾਜ ਗੁਰਤਾ ਗੱਦੀ ਦੇ ਤਖਤ ਤੇ ਸੋਭਨੀਕ ਹੋਏ। ਤੀਸਰੇ ਪਾਤਸ਼ਾਹ ਮਹਾਰਾਜ ਨੇ ਸੱਚਖੰਡ ਪਿਆਨਾ ਕੀਤਾ। 7 ਸਾਲ ਚੌਥੇ ਪਾਤਸ਼ਾਹ ਮਹਾਰਾਜ ਨੇ ਗੁਰਿਆਈ ਕੀਤੀ। 1631 ਬਿਕਰਮੀ ਸੰਮਤ ਤੋਂ ਲੈ ਕੇ 1638 ਤੱਕ। 1638 ਨੂੰ ਆਪ ਜੀ ਨੂੰ ਗੁਰਤਾ ਗੱਦੀ ਦਾ ਤਖਤ ਪ੍ਰਾਪਤ ਹੋਇਆ। ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ। ਔਰ 1638 ਬਿਕਰਮੀ ਸੰਮਤ ਤੋਂ ਲੈ ਕੇ ਤੇ 1663 ਬਿਕਰਮੀ ਸੰਮਤ ਤੱਕ ਆਪ ਜੀ ਨੇ ਸਾਧ ਸੰਗਤ ਜੀ ਗੁਰਿਆਈ ਕੀਤੀ ਹੈ। ਪਾਵਨ ਸਰੀਰ ਵਿੱਚ ਵਿਚਰਦਿਆਂ ਹੋਇਆਂ ਔਰ ਬੇਅੰਤ ਪਰੇ ਉਪਕਾਰ ਕੀਤੇ। ਮਹਾਰਾਜ ਸਾਹਿਬ ਜੀ ਨੇ ਜਿੱਥੇ ਬੇਅੰਤ ਬਾਣੀ ਆਪਣੀ ਰਸਨਾ ਤੋਂ ਉਚਾਰਨ ਕੀਤੀ, ਉੱਥੇ ਪਿਤਾ ਸਤਿਗੁਰੂ ਜੀ ਦੀ ਆਰੰਭ ਕੀਤੀ ਹੋਈ ਸੇਵਾ ਨੂੰ ਅੱਗੇ ਸੰਪੂਰਨ ਕਰਨਾ। ਸੰਤੋਖ ਸਰ ਸਰੋਵਰ ਨੂੰ ਪੱਕਿਆਂ ਕਰਵਾਉਣਾ, ਸ੍ਰੀ ਅੰਮ੍ਰਿਤਸਰ ਸਰੋਵਰ ਸਾਹਿਬ ਨੂੰ ਪੱਕਿਆਂ ਕਰਵਾਉਣਾ। ਸ੍ਰੀ ਅੰਮ੍ਰਿਤਸਰ ਸਰੋਵਰ ਸਾਹਿਬ ਦੇ ਵਿੱਚ ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵਹਿ ਰਾਮ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕਰਵਾਉਣੀ। ਸ੍ਰੀ ਰਾਮਸਰ ਸਰੋਵਰ ਸਾਹਿਬ ਦੀ ਰਚਨਾ ਕਰਵਾਉਣੀ। ਉਹਦੇ ਕੰਢੇ ਤੇ ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਾਰੀ ਲਾ ਕੇ ਸਾਰੀ ਬਾਣੀ ਸਾਧ ਸੰਗਤ ਜੀ ਆਪ ਜੀ ਨੇ ਲਿਖਵਾਉਣੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ 1661 ਬਿਕਰਮੀ ਸੰਮਤ ਭਾਦਰੋਂ ਸੁਦੀ ਏਕਮ 1604 ਈਸਵੀ ਸਨ ਨੂੰ ਪਹਿਲਾ ਪ੍ਰਕਾਸ਼ ਕਰਵਾਉਣਾ। ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਨੂੰ 98 ਸਾਲ ਦੀ ਬਾਬਾ ਜੀ ਦੀ ਸਰੀਰ ਕਾਰਬਲਾ ਸੀ। ਗੁਰੂ ਘਰ ਦੇ ਪਹਿਲੇ ਗ੍ਰੰਥੀ ਸਾਹਿਬ ਸਥਾਪਨ ਕਰਨਾ। ਔਰ ਮਹਾਰਾਜ ਸਾਹਿਬ ਜੀ ਨੇ ਇਸੇ ਤਰ੍ਹਾਂ ਸ੍ਰੀ ਤਰਨਤਾਰਨ ਸਾਹਿਬ ਦੀ ਰਚਨਾ ਕਰਵਾਉਣੀ। ਗੁਰੂ ਘਰ ਦੇ ਸਾਰੇ ਸਰੋਵਰ ਸਾਹਿਬਾਂ ਦੇ ਵਿੱਚੋਂ ਜੋ ਵੱਡਾ ਸਰੋਵਰ ਸਾਹਿਬ ਹੈ, ਮਹਾਰਾਜ ਸਾਹਿਬ ਜੀ ਨੇ 1647 ਬਿਕਰਮੀ ਸੰਮਤ ਦੇ ਵਿੱਚ ਸ੍ਰੀ ਤਰਨਤਾਰਨ ਸਾਹਿਬ ਸਰੋਵਰ ਸਾਹਿਬ ਦੀ ਸੇਵਾ ਕਰਵਾਈ। ਹੋਰ ਬੇਅੰਤ ਮਹਾਰਾਜ ਸਾਹਿਬ ਜੀ ਨੇ ਪਰਿਉਪਕਾਰ ਕੀਤੇ। ਗੁਰੂ ਸਾਹਿਬ ਜੀ ਦੇ ਪਰਿਉਪਕਾਰ, ਗੁਰੂ ਸਾਹਿਬ ਜੀ ਦੇ ਗੁਣ ਗਿਣੇ ਹੀ ਨਹੀਂ ਜਾ ਸਕਦੇ। ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਗਾਵਾਂ ਰਾਮ। ਕਿਹੜੇ ਕਿਹੜੇ ਗੁਣਾਂ ਦਾ ਕੋਈ ਜ਼ਿਕਰ ਕਰ ਸਕਦਾ ਹੈ। ਐਸੇ ਮਹਾਨ ਪਰਿਉਪਕਾਰੀ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੀ ਪਵਿੱਤਰ ਰਸਨਾ ਤੋਂ ਉਚਾਰਨ ਕਰਦੇ ਹਨ। ਜੈਸਾ ਸਤਿਗੁਰ ਸੁਣੀਦਾ। ਮਹਾਰਾਜ ਕਹਿੰਦੇ ਜਿਸ ਤਰ੍ਹਾਂ ਦਾ ਸਤਿਗੁਰੂ ਸੁਣੀਦਾ ਸੀ, ਜਿਵੇਂ ਸਤਿਗੁਰਾਂ ਦੀ ਮਹਿਮਾ ਸੁਣੀ, ਵੇਦਾਂ ਸ਼ਾਸਤਰਾਂ ਤੋਂ ਸੁਣੀ, ਧਰਮ ਗ੍ਰੰਥਾਂ ਤੋਂ ਸੁਣੀ, ਜਿਵੇਂ ਸੰਤਾਂ ਭਗਤਾਂ ਤੋਂ, ਗੁਰਮੁਖਾਂ ਤੋਂ, ਗੁਰਸਿੱਖਾਂ ਤੋਂ, ਬਾਬਾ ਬੁੱਢਾ ਸਾਹਿਬ ਜੀ ਵਰਗੇ ਗੁਰਸਿੱਖਾਂ ਤੋਂ, ਭਾਈ ਗੁਰਦਾਸ ਸਾਹਿਬ ਜੀ ਵਰਗੇ ਗੁਰਸਿੱਖਾਂ ਤੋਂ ਜਿਵੇਂ ਸਤਿਗੁਰੂ ਜੀ ਦੀ ਮਹਿਮਾ ਸੁਣੀ ਹੈ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਸ ਤਰ੍ਹਾਂ ਦੇ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਐਸੀ ਸੋਭਾ ਵਾਲੇ, ਤੇ ਆਪ ਵੀ ਮਹਾਰਾਜ ਸਾਹਿਬ ਜੀ ਨੇ ਪ੍ਰਤੱਖ ਦਰਸ਼ਨ ਕੀਤੇ ਕਿ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਐਸੀ ਸੋਭਾ ਵਾਲੇ। ਪਿਤਾ ਸਤਿਗੁਰੂ ਜੀ ਦੇ ਪ੍ਰਤੱਖ ਦਰਸ਼ਨ। ਸੋ ਜਿਵੇਂ ਸਤਿਗੁਰੂ ਜੀ ਨੂੰ ਸੁਣਿਆ ਸੀ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਉਪਦੇਸ਼ ਦੇ ਕਰਕੇ ਜੀਵਾਂ ਦਾ ਉਧਾਰ ਕੀਤਾ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਆਪਣੀ ਅੰਮ੍ਰਿਤ ਦ੍ਰਿਸ਼ਟੀ ਪਾ ਕਰਕੇ ਪਾਪੀਆਂ ਨੂੰ ਪਵਿੱਤਰ ਕਰ ਦਿੱਤਾ, ਰਾਖਸ਼ਾਂ ਨੂੰ ਦੇਵਤੇ ਬਣਾ ਦਿੱਤਾ, ਚੋਰਾਂ ਨੂੰ ਸਾਧ ਬਣਾ ਦਿੱਤਾ, ਠੱਗਾਂ ਨੂੰ ਸੰਤ ਬਣਾ ਦਿੱਤਾ। ਜੈਸਾ ਸਤਿਗੁਰੂ ਜੀ ਦਾ ਜਸ ਸੁਣਿਆ ਸੀ, ਜਿਸ ਤਰ੍ਹਾਂ ਦੀ ਸਤਿਗੁਰੂ ਜੀ ਦੀ ਮਹਿਮਾ ਸੁਣੀ ਸੀ, ਐਸੋ ਹੀ ਮੈਂ ਦੀਠ। ਉਸੇ ਤਰ੍ਹਾਂ ਦਾ ਹੀ ਸਤਿਗੁਰੂ ਜੀ ਦੇ ਹੁਣ ਮੈਂ ਦਰਸ਼ਨ ਕੀਤੇ ਹਨ। ਜੈਸਾ ਸੁਣੀਦਾ ਸੀ ਨਾ ਸਤਿਗੁਰੂ, ਤੈਸੋ ਹੀ ਮੈਂ ਡੀਠ, ਤੈਸੇ ਤਰ੍ਹਾਂ ਦਾ ਹੀ, ਉਸੇ ਤਰ੍ਹਾਂ ਦਾ ਹੀ ਸਤਿਗੁਰੂ ਜੀ ਦਾ ਸੋਹਣਾ ਸਰੂਪ ਹੁਣ ਡੀਠ ਦਰਸ਼ਨ ਕੀਤੇ ਆ, ਵੇਖਿਆ ਹੈ। ਪਿਤਾ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ। ਤੀਜੇ ਪਾਤਸ਼ਾਹ ਨਾਨਾ ਸਤਿਗੁਰੂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ, ਜਿਨ੍ਹਾਂ ਤੋਂ ਆਪ ਜੀ ਨੂੰ ਵਰਦਾਨ ਪ੍ਰਾਪਤ ਹੋਇਆ, ਦੋਹਿਤਾ ਬਾਣੀ ਕਾ ਬੋਹਿ ਥਾ।
ਜੈਸਾ ਸਤਿਗੁਰੂ ਸੁਣੀਦਾ ਸੀ ਨਾ, ਸੁਣਿਆ ਸੀ ਜਿਸ ਤਰ੍ਹਾਂ ਦਾ, ਉਸੇ ਤਰ੍ਹਾਂ ਦੇ ਅੱਜ ਦਰਸ਼ਨ ਕੀਤੇ ਹੈ ਕਿ ਮਹਾਰਾਜ ਸਾਹਿਬ ਜੀ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ, ਮਹਾਰਾਜ ਸਾਹਿਬ ਜੀ ਭਗਤੀ ਕਰਨ ਵਾਲਿਆਂ ਨਾਲ ਪ੍ਰੇਮ ਕਰਨ ਵਾਲੇ, ਸਤਿਗੁਰੂ ਮਹਾਰਾਜ ਸਾਹਿਬ ਜੀ ਦੁਖੀਆਂ ਦੇ ਦਰਦ ਵੰਡਾਉਣ ਵਾਲੇ, ਦੁਖੀਆਂ ਦੇ ਦੁਖੜੇ ਦੂਰ ਕਰਨ ਵਾਲੇ, ਪਤਿਤ ਪਾਵਨ ਭਗਤ ਵਸ਼ਲ, ਦੀਨ ਦਇਆਲ, ਅੰਤਰਜਾਮੀ, ਮਿਹਰਬਾਨ, ਬਖਸ਼ਿਸ਼ਾਂ ਕਰਨ ਵਾਲੇ। ਤੋ ਜਿਵੇਂ ਸਤਿਗੁਰੂ ਸਾਹਿਬ ਜੀ ਦੀ ਮਹਿਮਾ ਸੁਣੀ ਸੀ, ਜਿਸ ਤਰ੍ਹਾਂ ਦਾ ਸਤਿਗੁਰੂ ਜੀ ਨੂੰ ਸੁਣੀਦਾ ਸੀ ਨਾ, ਉਸੇ ਤਰ੍ਹਾਂ ਹੀ ਮਹਾਰਾਜ ਸਾਹਿਬ ਜੀ ਨੂੰ ਵੇਖਿਆ ਹੈ। ਸਤਿਗੁਰੂ ਜੀ ਉਸੇ ਤਰ੍ਹਾਂ ਦੇ ਹਨ। ਵਿਛੜਿਆ ਮੇਲੇ ਪ੍ਰਭੂ, ਕਿਉਂਕਿ ਸਤਿਗੁਰੂ ਜੀ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲੋਂ ਵਿਛੜਿਆ ਹੋਇਆਂ ਨੂੰ ਮੇਲਣ ਵਾਲੇ ਹਨ। ਪ੍ਰਭੂ ਦੇ ਨਾਲ ਜਿਹੜੇ ਜੀਵ ਵਿਛੜ ਗਏ ਪ੍ਰਭੂ ਦੇ ਨਾਲੋਂ, 84 ਲੱਖ ਜੂਨਾਂ ਵਿੱਚ ਪੈ ਗਏ, ਭਟਕਣਾ ਵਿੱਚ ਪੈ ਗਏ, ਆਵਾ ਗਾਉਣ ਵਿੱਚ ਪੈ ਗਏ, ਤੇ ਵਿਛੜਿਆ ਹੋਇਆਂ ਨੂੰ ਮਹਾਰਾਜ ਸਾਹਿਬ ਜੀ ਮੇਲੇ ਪ੍ਰਭੂ, ਪ੍ਰਭੂ ਦੇ ਨਾਲ ਮੇਲ ਦਿੰਦੇ ਹਨ। ਹਰ ਦਰਗਹਿ ਕਾ ਵਸੀਠ, ਸਤਿਗੁਰੂ ਜੀ ਹਰੀ ਦੀ ਦਰਗਾਹ ਦੇ ਵਸੀਠ ਕਹੀਏ ਵਿਚੋਲੇ ਹਨ। ਵਸੀਠ ਨਾਮ ਵਿਚੋਲੇ ਦਾ ਹੈ, ਵਸੀਠ ਨਾਮ ਵਕੀਲ ਦਾ ਹੈ। ਜਿਵੇਂ ਵਕੀਲ ਵੀ ਵਿਚਕਾਰ ਪੈ ਕਰਕੇ ਗੱਲਬਾਤ ਕਰਦਾ ਹੈ, ਵਿਚੋਲਾ ਵੀ ਵਿੱਚ ਪੈ ਕਰਕੇ ਤੇ ਦੋਨਾਂ ਦਾ ਮਿਲਾਪ ਕਰਾਉਣ ਵਾਲਾ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਜੀਵ ਦਾ ਪਰਮਾਤਮਾ ਦੇ ਨਾਲ ਮਿਲਾਪ ਕਰਾਉਣ ਵਾਲੇ ਹਨ। ਸਤਿਗੁਰੂ ਜੀ ਹਰੀ ਦੀ ਦਰਗਾਹ ਦੇ, ਵਾਹਿਗੁਰੂ ਦੇ ਘਰ ਦੇ ਵਿਚੋਲੇ ਹਨ। ਹਰ ਨਾਮੋ ਮੰਤਰ ਦ੍ਰਿੜਾਏਗਾ, ਸਤਿਗੁਰੂ ਜੀ ਹਰੀ ਪਰਮੇਸ਼ਰ ਦੇ ਨਾਮ ਰੂਪੀ ਮੰਤਰ ਨੂੰ ਦ੍ਰਿੜ ਕਰਾਉਂਦੇ ਹਨ। ਹਰੀ ਪਰਮੇਸ਼ਰ ਦਾ ਜੋ ਨਾਮ ਹੈ, ਨਾਮ ਰੂਪੀ ਜੋ ਮੰਤਰ ਹੈ, ਉਸ ਨਾਮ ਮੰਤਰ ਨੂੰ ਗੁਰਸਿੱਖ ਦੇ ਹਿਰਦੇ ਦੇ ਵਿੱਚ, ਮਹਾਰਾਜ ਸਾਹਿਬ ਜੀ ਜਗਿਆਸੂ ਦੇ ਹਿਰਦੇ ਦੇ ਵਿੱਚ ਪੱਕਿਆਂ ਕਰਵਾ ਦਿੰਦੇ ਹਨ, ਦ੍ਰਿੜ ਕਰਵਾ ਦਿੰਦੇ ਹਨ ਕਿ ਇਸ ਨਾਮ ਨੇ ਹੀ ਕਲਿਆਣ ਕਰਨੀ ਹੈ, ਇਸ ਨਾਮ ਮੰਤਰ ਨੇ ਹੀ ਮੁਕਤੀ ਦੇਣੀ ਹੈ, ਬੰਧਨ ਕੱਟਣੇ ਆ, ਵਾਹਿਗੁਰੂ ਜੀ ਦੇ ਨਾਲ ਮਿਲਾਉਣਾ। ਕਿਉਂਕਿ ਪ੍ਰਭੂ ਦਾ ਨਾਮ ਸਾਰੇ ਮੰਤਰਾਂ ਦਾ ਸ਼੍ਰੋਮਣੀ ਮੰਤਰ ਹੈ। ਨਮੋ ਮੰਤਰ ਮੰਤਰੰ, ਨਮੋ ਜੰਤਰ ਜੰਤਰੰ, ਨਮੋ ਇਸ਼ਟ ਇਸ਼ਟੇ, ਨਮੋ ਤੰਤਰ ਤੰਤਰੰ। ਮੰਤਰਾਂ ਦਾ ਮੰਤਰ ਮਹਾਰਾਜ ਸਾਹਿਬ ਜੀ ਦਾ ਨਾਮ ਹੈ। ਸਤਿਗੁਰੂ ਜੀ ਪਰਮੇਸ਼ਰ ਦਾ ਨਾਮ ਰੂਪੀ ਮੰਤਰ, ਮੂਲ ਮੰਤਰ ਦ੍ਰਿੜ ਕਰਾਉਂਦੇ ਹਨ। ਸਤਿਗੁਰੂ ਜੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਗੁਰ ਮੰਤਰ, ਆਪਣੀ ਰਸਨਾ ਤੋਂ ਜੋ ਗੁਰ ਮੰਤਰ ਦਿੱਤਾ ਹੈ ਸਿੱਖ ਨੂੰ, ਇਹ ਪ੍ਰਭੂ ਦਾ ਨਾਮ ਦ੍ਰਿੜ ਕਰਾਉਂਦੇ ਹਨ। ਇਸ ਭਾਗਾਂ ਭਰੀ ਧਰਤੀ ਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਭਾਗਸ਼ਾਲੀ ਬਣਾਇਆ, ਇਸ ਨੂੰ ਪਵਿੱਤਰ ਕੀਤਾ, ਇਸ ਦੇ ਜਰੇ ਜਰੇ ਨੂੰ ਮਹਾਰਾਜ ਸਾਹਿਬ ਜੀ ਨੇ ਪਾਵਨ ਕੀਤਾ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਸਾ ਧਰਤੀ ਭਈ ਹਰੀਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰੀਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਔਰ ਇਸ ਧਰਤੀ ਤੇ ਗਰੀਬ ਨਵਾਜ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਮੂਲ ਮੰਤਰ ਸਾਧ ਸੰਗਤ ਜੀ ਉਚਾਰਨ ਕੀਤਾ। ਇਸ ਸਥਾਨ ਤੋਂ, ਗੁਰਦੁਆਰਾ ਸ੍ਰੀ ਬੇਰ ਸਾਹਿਬ ਵਾਲੇ ਸਥਾਨ ਤੋਂ, ਵੇਈ ਨਦੀ ਦੇ ਘਾਟ ਤੋਂ, ਇੱਥੇ ਹਰ ਰੋਜ਼ ਇਸ਼ਨਾਨ ਕਰਿਆ ਕਰਦੇ। ਔਰ ਮਹਾਰਾਜ ਸਾਹਿਬ ਜੀ ਦਾ ਇਹ ਸਥਾਨ, ਇਹ ਬੇਰੀ ਸਾਹਿਬ ਗੁਰੂ ਸਾਹਿਬ ਜੀ ਦੇ ਇਸ਼ਨਾਨ ਦੇ ਹੀ ਯਾਦਗਾਰ ਹੈ। ਕਿਉਂਕਿ ਆਪ ਇਸ਼ਨਾਨ ਕਰਨ ਤੋਂ ਪਹਿਲਾਂ ਮਹਾਰਾਜ ਦਾਤਨ ਕਰਿਆ ਕਰਦੇ ਇੱਥੇ ਵੇਈ ਦੇ ਘਾਟ ਤੇ। ਔਰ ਇਹ ਬੇਰੀ ਦੀ ਦਾਤਨ ਕਰਕੇ ਸਤਿਗੁਰੂ ਜੀ ਨੇ ਇੱਥੇ ਗੱਡੀ, ਤਾਂ ਇਹ ਬੇਰ ਸਾਹਿਬ ਸੋਭਨੀਕ ਹੋਈ। ਭਾਈ ਸੰਤੋਖ ਸਿੰਘ ਜੀ ਨੇ ਇਤਿਹਾਸ ਵਿੱਚ ਲਿਖਿਆ ਹੈ, ਆਪਣ ਤੇ ਚੱਲ ਨੀਰ ਕੇ ਤੀਰ ਪੈ ਦੰਤਨ ਧਾਮ ਨੇ ਆਣ ਕਰੀ, ਗਾਟ ਦਈ ਧਰ ਹੋਤ ਭਇਓ ਤਰ ਹੈ ਅਬਲੋ ਬਰ ਸੋ ਬਦਰੀ। ਕਿ ਸ੍ਰੇਸ਼ਟ ਇਹ ਬੇਰੀ ਸਾਹਿਬ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਲਾਈ ਹੋਈ ਦਾਤਨ ਹੈ। ਦਾਤਨ ਤੋਂ ਉਪਰੰਤ ਮਹਾਰਾਜ ਸਾਹਿਬ ਜੀ ਇਸ਼ਨਾਨ ਕਰਿਆ ਕਰਦੇ। ਔਰ ਇੱਕ ਦਿਨ ਇਸ਼ਨਾਨ ਕਰਦਿਆਂ ਵੇਈ ਵਿੱਚ ਪ੍ਰਵੇਸ਼ ਮਹਾਰਾਜ ਨੇ ਕੀਤਾ। ਅੱਜ ਬਾਹਰ ਨਹੀਂ ਆਏ। ਸੁਲਤਾਨਪੁਰ ਲੋਧੀ ਦੀ ਸਾਰੀ ਨਗਰੀ ਦੇ ਵਿੱਚ
ये हफड़ा दफड़ी मची, रौला पिया कि श्री नानक जी किधर चले गए। जिन्ने मूँह सन उन्नियां गल्लां होईयां। कईयां ने महाराज साहब की निंदिया भी की, कईयां ने आख्या भी मोदी खाने दे विच बैठ करके तेरा तेरा कह करके सब दियां झोलियां भरी जाते, असी घाटा पै गया होना तां किसी पासे चले गए होने। कईयां ने जाके नवाब नूं आख्या कि तेरा मोदी किसी पासे चले गया, दौलत खां लोधी नूं। कईयां ने भाईया जयराम नूं जा करके आख्या, कईयां ने बेबे नानकी जी नूं जाके आख्या, भैणां बीबियां ने कि बेबे जी तुहाडा वीर अज वेई विच इशनान करन वास्ते गया सी, आया नहीं बाहर, इस तरह लगदा है वो वेई विच ही डुब गया। महाराज साहब जी दे सत्कारयोग भैन जी कहन लगे, ना इस तरह ना आखो, वो तो डुबिया नूं तारन आया। जो डुबिया नूं तारन आया है वो कदे डुबदा है? ये बेबे जी दी शरधा सी, बेबे जी दी भावना सी, जिन्हां ने सब तो पहला महाराज साहब जी नूं पछाणिया, गुरु साहब जी नूं जाणिया। और नवाब ने अपने नौकर चाकर भी भेजे कि तुसीं जाल पा के वेखो। वेई दे विच जाल भी पाए गए, जिहड़े विच चुभियां लाउण वाले सन टोबे, उन्हां ने आकर के विच वड़ के भी वेखिया, जाल पा के भी वेखिया। हुण वेई विच हुंदे तां वेई चों मिलदे। एक दिन लंघ गया, दूसरा दिन लंघ गया, तीजा दिन आ गया तां भावना वाले जिहड़े सन जगियासू गुरसिख, वो वेई दे कंढे कंढे विचरदे भी महाराज किधर चले गए। फिर तीसरे दिन महाराज साहब जी उत्थों प्रगट होए। आपां सारे जानदे हां जिहड़े पासियों पानी आउंदा सी, जिहड़े पासियों वेई दा जाल आउंदा सी ना, इत्थों महाराज साहब जी ने वेई विच चुब्भी लाई ते गुरुद्वारा श्री संत घाट साहब वाले स्थान तो महाराज साहब जी तीसरे दिन उत्थों प्रगट होए। बाहर महाराज निकले आउंदे, सिख ने भज के चरनां ते नमस्कार कीती है। नगर दे लोग इकट्ठे हो गए। उत्थे शमशान घाट विच महाराज साहब ने चौंकड़ा लाया। जदों भावना वालियां ने पुछया, महाराज आप जी इशनान करन वास्ते वेई विच गए सी, किधर चले गए? अज तीसरे दिन आए हो महाराज। ते धन श्री गुरु नानक देव साहब गरीब नवाज ने आख्या, असीं सचखंड विच गए सां, असीं निरंकार दे देश गए सां ते असीं सचखंड विचों मूल मंत्र लैके आए। फिर गरीब नवाज साहब जी ने उत्थे साध संगत जी मूल मंत्र उचारण किया। एक ओंकार सतनाम करता पुरख निरभਉ निरवैर अकाल मूरत अजूनी सहभंग गुर प्रसाद जप आद सच जुगाद सच है भी सच नानक होसी भी सच। जिथे गुरुद्वारा श्री संत घाट साहब सो बनीक है। तो गरीब नवाज सच्चे पातशाह धन गुरु अर्जन देव साहब महाराज फरमाउंदे हन कि सतगुरु जी हरि परमेश्वर की दरगाह दे विचोले हन ते महाराज साहब जी अपना नाम परमेश्वर का नाम मंत्र गुरसिख दे हिरदे विच दृढ़ करा देंदे। नाम दे द्वारा ही विच विचोलगी करके नाम दी दात दे करके हरि नाम दृढ़ करा करके ते परमात्मा दे नाल मिला देंदे हन सतगुरु रूपी विचोले। ते धन श्री गुरु नानक देव साहब महाराज ने फिर मूल मंत्र बख्शिया, गुर मंत्र बख्शिया, माला मंत्र बख्शिया। एक बारी संत रेण जी की मंडली आई सी श्री करतारपुर साहब दे विच, साधुआं दी मंडली, साधुआं दा जथा। उन्होंने बाबा लहणा जी दे पासों पुछया, कहन लगे जी तुहाडा गुर मंत्र की है, मूल मंत्र की है? बाबा लहणा जी ने दस दिता। धन श्री गुरु अंगद देव साहब दूजे पातशाह का पहला नाम है बाबा लहणा जी।
ਦੱਸਿਆ ਵੀ ਸਾਡਾ ਸਤਿਗੁਰੂ ਜੀ ਨੇ ਜੋ ਸਾਨੂੰ ਗੁਰਮੰਤਰ ਦਿੱਤਾ ਹੈ ਉਹ ਇਹ ਹੈ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਹੈ। ਤੇ ਮੂਲ ਮੰਤਰ ਵੀ ਪੜ੍ਹ ਕੇ ਸੁਣਾ ਦਿੱਤਾ ਕਿ ਮਹਾਰਾਜ ਸਾਹਿਬ ਨੇ ਸਾਨੂੰ ਮੂਲ ਮੰਤਰ ਦਿੱਤਾ ਹੋਇਆ। ਉਹ ਸੰਤਰੇਣ ਜੀ ਕਹਿਣ ਲੱਗੇ ਵੀ ਮਾਲਾ ਮੰਤਰ ਕਿਹੜਾ ਹੈ ਤੁਹਾਡਾ, ਗੁਰਸਿੱਖਾਂ ਦਾ ਮਾਲਾ ਮੰਤਰ ਕਿਹੜਾ ਹੈ? ਕਹਿਣ ਲੱਗੇ ਜੀ ਮਾਲਾ ਮੰਤਰ ਤਾਂ ਪੁੱਛਿਆ ਹੀ ਨਹੀਂ ਸਤਿਗੁਰਾਂ ਦੇ ਪਾਸੋਂ ਕਦੀ, ਪੁੱਛ ਕੇ ਦੱਸਦੇ ਹਾਂ। ਬਾਬਾ ਲਹਿਣਾ ਜੀ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਜੋ ਸਾਧੂਆਂ ਦੀ ਮੰਡਲੀ ਆਈ ਉਹਨਾਂ ਨੇ ਮੈਥੋਂ ਮੂਲ ਮੰਤਰ ਪੁੱਛਿਆ ਸੀ, ਗੁਰਮੰਤਰ ਪੁੱਛਿਆ ਸੀ, ਮੈਂ ਦੱਸ ਦਿੱਤਾ ਹੈ। ਹੁਣ ਉਹ ਮਾਲਾ ਮੰਤਰ ਪੁੱਛਦੇ ਆ, ਮਾਲਾ ਮੰਤਰ ਬਾਰੇ ਤੇ ਮਹਾਰਾਜ ਮੈਨੂੰ ਵੀ ਨਹੀਂ ਪਤਾ ਹੈ, ਕਦੀ ਆਪ ਜੀ ਤੋਂ ਪੁੱਛਿਆ ਹੀ ਨਹੀਂ, ਕਿਰਪਾ ਕਰਕੇ ਦੱਸੋ ਸਾਡਾ ਮਾਲਾ ਮੰਤਰ ਕਿਹੜਾ ਹੈ। ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ, ਪੁਰਖਾ ਭਾਈ ਲੈਣਿਆ ਮਾਲਾ ਮੰਤਰ ਹੈ ਜਪਜੀ ਸਾਹਿਬ, ਜਪਜੀ ਸਾਹਿਬ ਬਾਣੀ ਮਾਲਾ ਮੰਤਰ ਹੈ। ਗਰੀਬ ਨਵਾਜ ਕਹਿਣ ਲੱਗੇ ਤੁਸੀਂ ਇਸ ਬਾਣੀ ਦੀਆਂ ਪੌੜੀਆਂ ਤਰਤੀਬਵਾਰ ਲਿਖੋ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਆਪ ਬਾਬਾ ਲਹਿਣਾ ਜੀ ਨੂੰ ਕਹਿ ਕੇ ਜਿੱਥੇ ਜਿੱਥੇ ਜਿਹੜੀ ਪੌੜੀ ਲਿਖਾਉਣੀ ਸੀ ਜਪਜੀ ਸਾਹਿਬ ਦੀ, ਜਿੱਥੇ ਜਿੱਥੇ ਤਰਤੀਬ ਕਰਵਾਉਣੀ ਸੀ ਉਹ ਮਹਾਰਾਜ ਨੇ ਤਰਤੀਬ ਕਰਵਾਈ ਤੇ ਆਖਿਆ ਜਪਜੀ ਸਾਹਿਬ ਇਹ ਮਾਲਾ ਹੈ ਗੁਰਸਿੱਖਾਂ ਦਾ, ਇਹ ਮਾਲਾ ਮੰਤਰ ਹੈ। ਇਹ ਜਪਜੀ ਸਾਹਿਬ ਦਾ ਵਾਰ-ਵਾਰ ਜਪ ਕਰਨਾ ਹੈ, ਜਪਜੀ ਸਾਹਿਬ ਨੂੰ ਵਾਰ-ਵਾਰ ਪੜ੍ਹਨਾ ਹੈ, ਸੁਣਨਾ ਹੈ, ਵਿਚਾਰਨਾ ਹੈ, ਹਿਰਦੇ ਵਸਾਉਣਾ ਹੈ। ਤੋ ਮਹਾਰਾਜ ਨੇ ਜਪਜੀ ਸਾਹਿਬ ਮਾਲਾ ਮੰਤਰ ਦਿੱਤਾ। ਇਸ ਕਰਕੇ ਗੁਰਸਿੱਖ ਗੁਰਮੰਤਰ ਦਾ ਵੀ ਅਭਿਆਸ ਕਰਦੇ ਆ ਵੱਧ ਤੋਂ ਵੱਧ, ਮੂਲ ਮੰਤਰ ਦਾ ਵੀ ਅਭਿਆਸ ਕਰਦੇ ਆ ਤੇ ਮਾਲਾ ਮੰਤਰ ਵੀ ਗੁਰਸਿੱਖ ਇਹਦਾ ਵੀ ਅਭਿਆਸ ਕਰਦੇ। ਕੋਈ ਨਿਤਨੇਮ ਨਾਲ ਇੱਕ ਜਪਜੀ ਸਾਹਿਬ ਕਰਦਾ ਹੈ, ਕੋਈ 2 ਕਰਦਾ ਹੈ, ਕੋਈ ਰੋਜ਼ ਦੇ 5 ਜਪਜੀ ਸਾਹਿਬ ਦੇ ਪਾਠ ਕਰਦਾ ਹੈ, ਕੋਈ 10 ਕਰਦਾ ਹੈ, ਕੋਈ 11 ਕਰਦਾ ਹੈ, ਕੋਈ 21 ਕਰਦਾ ਹੈ। ਤੇ ਕਈ ਐਸੇ ਵੀ ਗੁਰਮੁਖ ਹੈਗੇ ਆ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ 100 ਜਪਜੀ ਸਾਹਿਬ ਤੋਂ ਵਧੇਕ ਰੋਜ਼ ਦਾ ਨਿਤਨੇਮ ਸੀ ਉਹਨਾਂ ਦਾ, ਗੁਰਮੁਖਾਂ ਪਿਆਰਿਆਂ ਦਾ। ਜਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ, ਉਹ ਜਪਜੀ ਸਾਹਿਬ ਦੇ ਕਿੰਨੇ ਹੀ ਪਾਠ ਕਰਿਆ ਕਰਦੇ ਸਨ। ਜਿਵੇਂ ਸ੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਉਹ ਵੀ ਜਪਜੀ ਸਾਹਿਬ ਦੇ 100 ਤੋਂ ਵਧੇਕ ਪਾਠ ਰੋਜ਼ ਦੇ ਨਿਤਨੇਮ ਤੋਂ ਅਲੱਗਾ ਕਰਿਆ ਕਰਦੇ ਸਨ। ਬਾਕੀ ਦਾ ਹੋਰ ਜੋ ਨਿਤਨੇਮ ਹੈ 5 ਬਾਣੀਆਂ ਦਾ, ਸੁਖਮਨੀ ਸਾਹਿਬ, 5 ਗ੍ਰੰਥੀ ਦਾ, ਉਹ ਤੇ ਵੱਖਰਾ। ਤੋ ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਨਾਮ ਰੂਪੀ ਮੰਤਰ, ਇਹ ਬਾਣੀ ਰੂਪੀ ਮੰਤਰ ਦਿੱਤਾ ਹੈ। ਪੰਜਵੇਂ ਪਾਤਸ਼ਾਹ ਕਹਿੰਦੇ ਹਰ ਨਾਮੋ ਮੰਤਰ ਦ੍ਰਿੜਾਏ ਦਾ, ਜੋ ਹਰੀ ਪਰਮੇਸ਼ਰ ਦਾ ਨਾਮ ਹੈ ਨਾ, ਮੂਲ ਮੰਤਰ ਵੀ ਨਾਮ ਹੈ, ਗੁਰਮੰਤਰ ਵੀ ਨਾਮ ਹੈ, ਜਪਜੀ ਸਾਹਿਬ ਵੀ ਨਾਮ ਹੀ ਹੈ। ਸਾਰੀ ਬਾਣੀ ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ, ਔਰ ਦਸਮ ਮਹਾਰਾਜ ਜੀ ਦੀ ਬਾਣੀ, ਇਹ ਸਾਰੀ ਬਾਣੀ ਜਿਹੜੀ ਹੈ ਮੰਤਰ ਰੂਪ ਹੀ ਹੈ ਔਰ ਸ਼੍ਰੋਮਣੀ ਮੰਤਰ ਹੈ। ਇਸ ਮੰਤਰ ਦਾ ਕੋਈ ਮੁਕਾਬਲਾ ਹੀ ਨਹੀਂ ਕਰ ਸਕਦਾ ਹੈ। ਹਰ ਨਾਮੋ ਮੰਤਰ ਦ੍ਰਿੜਾਏ ਦਾ, ਨਮੋ ਮੰਤਰ ਮੰਤਰੰ, ਜੋ ਮੰਤਰਾਂ ਦਾ ਸ਼੍ਰੋਮਣੀ ਮੰਤਰ ਹੈ ਵਾਹਿਗੁਰੂ ਦਾ ਨਾਮ, ਇਹ ਸਤਿਗੁਰੂ ਜੀ ਆਪਣੇ ਸਿੱਖ ਦੇ, ਸੇਵਕ ਦੇ ਹਿਰਦੇ ਦੇ ਵਿੱਚ ਪੱਕਿਆਂ ਕਰਵਾ ਦਿੰਦੇ ਹਨ। ਤੇ ਸਤਿਗੁਰੂ ਜੀ ਦਾ ਬਖਸ਼ਿਆ ਹੋਇਆ ਵਾਹਿਗੁਰੂ ਪਰਮੇਸ਼ਰ ਦਾ ਨਾਮ ਮੰਤਰ ਫਿਰ ਹਉਮੈ ਦਾ ਰੋਗ ਕੱਟਦਾ ਹੈ। ਕੱਟੇ ਹਉਮੈ ਰੋਗ, ਹਉਮੈ ਦਾ ਰੋਗ ਕੱਟਦਾ ਹੈ। ਮੰਤਰ ਸਾਧ ਸੰਗਤ ਜੀ ਸੰਸਾਰ ਵਿੱਚ ਕਈ ਹਨ ਔਰ ਹਰੇਕ ਮੰਤਰ ਦੀ ਆਪਣੀ ਸ਼ਕਤੀ ਹੁੰਦੀ ਹੈ, ਆਪਣੀ ਸਮਰੱਥਾ ਹੁੰਦੀ ਹੈ। ਹਰ ਇੱਕ ਦੀ ਵੱਖਰੀ ਵੱਖਰੀ ਸ਼ਕਤੀ ਹੈ ਮੰਤਰ ਦੀ। ਠੂਏ ਦਾ ਮੰਤਰ ਵੀ ਹੁੰਦਾ ਹੈ, ਸੱਪ ਦਾ ਮੰਤਰ ਵੀ ਹੁੰਦਾ ਹੈ, ਸਿਰ ਦੁਖਦੇ ਦਾ ਮੰਤਰ ਵੀ ਹੁੰਦਾ ਹੈ, ਦਾੜ ਦੁਖਦੇ ਦਾ ਮੰਤਰ ਵੀ ਹੁੰਦਾ ਹੈ। ਮੰਤਰ ਕਈ ਆ ਔਰ ਜਿਸ ਨੇ ਉਹ ਮੰਤਰ ਦਾ ਜਾਪ ਕੀਤਾ ਹੋਵੇ, ਉਹ ਮੰਤਰ ਪੜ੍ਹ ਦਵੇ ਤੇ ਉਹ ਮੰਤਰ ਕੰਮ ਕਰਦਾ ਹੈ। ਪਰ ਜਿਸ ਨੇ ਉਹ ਮੰਤਰ ਦੀ ਆਰਾਧਨਾ ਨਾ ਕੀਤੀ ਹੋਵੇ, ਉਹਦਾ ਪੜਿਆ ਨਹੀਂ ਕੰਮ ਕਰਦਾ। ਮੰਤਰ ਉਸੇ ਦਾ ਪੜਿਆ ਹੋਇਆ ਕੰਮ ਕਰਦਾ ਜਿਸ ਨੇ ਮੰਤਰ ਦੀ ਆਰਾਧਨਾ ਕੀਤੀ ਹੈ, ਜਿਸ ਨੇ ਮੰਤਰ ਦਾ ਜਪ ਕੀਤਾ ਹੈ। ਠੂਏ ਦੇ ਮੰਤਰ ਦਾ ਜ਼ਿਕਰ ਵੀ ਆਇਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ। ਇਸ ਤਰੀਕੇ ਨਾਲ ਜ਼ਿਕਰ ਆਇਆ, ਮਹਾਰਾਜ ਕਹਿੰਦੇ ਜੇ ਕੋਈ ਠੂਏ ਦਾ ਮੰਤਰ ਜਾਣਦਾ ਹੋਵੇ ਤੇ ਸਿਰਫ ਉਹਨੂੰ ਠੂਏ ਦੇ ਡੰਗ ਤੇ ਪੜ੍ਹਨਾ ਚਾਹੀਦਾ ਵਾ,
ਸੱਪ ਦੇ ਡੰਗੇ ਤੇ ਉਹ ਮੰਤਰ ਨਹੀਂ ਚੱਲਦਾ। ਠੂਏ ਦਾ ਮੰਤਰ ਸਿਰਫ ਠੂਏ ਤੇ ਕੰਮ ਕਰੇਗਾ, ਸੱਪ ਤੇ ਨਹੀਂ ਕਰੇਗਾ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦਾ ਬਚਨ ਹੈ, ਮਹਾਰਾਜ ਕਹਿੰਦੇ ਕੋਈ ਹੋਵੇ ਤਾਂ ਮੰਤਰੀ ਠੂਏ ਦਾ ਮੰਤਰ ਪੜਨ ਵਾਲਾ, ਉਹ ਹੱਥ ਪਾ ਲਵੇ ਨਾਗਾਂ ਨੂੰ, ਪਰ ਉੱਥੇ ਨਹੀਂ ਉਹਦਾ ਗੱਲ ਬਣਦੀ ਹੈ। ਸੱਪ ਨੂੰ ਨਹੀਂ ਉਹ ਹੱਥ ਪਾ ਸਕਦਾ। ਮੰਤਰੀ ਹੋਏ ਅਠੂਹਿਆ ਨਾਗੀ ਲੱਗੇ ਜਾਏ, ਉੱਥੇ ਨਹੀਂ ਕੰਮ ਕਰੇਗਾ। ਇਸ ਕਰਕੇ ਇਹ ਛੋਟੇ ਛੋਟੇ ਮੰਤਰ ਵਾ, ਪਰ ਇਹ ਮੰਤਰ ਵੀ ਉਹਨਾਂ ਦੇ ਕੰਮ ਕਰਦੇ ਜਿਨ੍ਹਾਂ ਨੇ ਮੰਤਰ ਚੰਗੀ ਤਰ੍ਹਾਂ ਇਹਨਾਂ ਦੀ ਆਰਾਧਨਾ ਕੀਤੀ ਹੋਵੇ। ਨਹੀਂ ਤੇ ਬਹੁਤੇ ਲੋਕ ਤਾਂ ਇਹਨਾਂ ਮੰਤਰਾਂ ਦੇ ਨਾਂ ਤੇ ਸੰਸਾਰ ਦੇ ਵਿੱਚ ਠੱਗੀਆਂ ਹੀ ਮਾਰਦੇ ਆ, ਉਹਨਾਂ ਦਾ ਕੰਮ ਨਹੀਂ ਕਰਦਾ ਹੁੰਦਾ। ਤੇ ਗਰੀਬ ਨਵਾਜ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਨਾਮ ਰੂਪੀ ਮੰਤਰ ਹੈ ਨਾ, ਇਹ ਤਾਂ ਹਉਮੈ ਦਾ ਰੋਗ ਕੱਟਦਾ ਹੈ। ਹਉਮੈ ਦਾ ਰੋਗ ਕੱਟਣ ਵਾਲਾ ਹੋਰ ਕੋਈ ਦੁਨੀਆ ਦਾ ਮੰਤਰ ਨਹੀਂ ਹੈ। ਉਹ ਸੱਪ ਦਾ ਡੰਗਿਆ ਉਹਦੇ ਤੇ ਪੜਿਆ ਜਾਣ ਵਾਲਾ ਮੰਤਰ ਜਿਹੜਾ, ਉਹ ਹਉਮੈ ਦਾ ਜ਼ਹਿਰ ਨਹੀਂ ਲਾਵੇਗਾ। ਠੂਏ ਵਾਲਾ ਮੰਤਰ ਜਿਹੜਾ ਵਾ, ਉਹ ਹਉਮੈ ਦਾ ਜ਼ਹਿਰ ਨਹੀਂ ਲਾਵੇਗਾ। ਹਉਮੈ ਦਾ ਜ਼ਹਿਰ ਲਾਉਣ ਵਾਲਾ ਮੰਤਰ ਗੁਰੂ ਸਾਹਿਬ ਜੀ ਦਿੰਦੇ ਨਾਮ ਰੂਪੀ ਮੰਤਰ ਵਾ, ਜਿਹੜਾ ਸਾਰੇ ਮੰਤਰਾਂ ਤੋਂ ਸ਼੍ਰੋਮਣੀ ਮੰਤਰ ਵਾ। ਇਤਿਹਾਸ ਵਿੱਚ ਜ਼ਿਕਰ ਆਇਆ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਵੀ ਜ਼ਿਕਰ ਕੀਤਾ, ਗਿਆਨੀ ਗਿਆਨ ਸਿੰਘ ਜੀ ਨੇ ਵੀ ਜ਼ਿਕਰ ਕੀਤਾ। ਉਹ ਕਹਿੰਦੇ ਸੰਸਾਰ ਦੇ ਵਿੱਚ ਮੰਤਰ ਤਾਂ ਅਨੇਕਾਂ ਵਾ ਤੇ ਦੁਨੀਆ ਜਪਦੀ ਵੀ ਆ ਉਹਨਾਂ ਨੂੰ, ਪਰ ਜਿਹੜਾ ਮੰਤਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਦਿੱਤਾ ਮੂਲ ਮੰਤਰ, ਜਿਹੜਾ ਮੰਤਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਦਿੱਤਾ ਗੁਰ ਮੰਤਰ, ਇਹ ਮੰਤਰ ਸਾਰੀ ਸ੍ਰਿਸ਼ਟੀ ਦੇ ਮੰਤਰਾਂ ਨਾਲੋਂ ਸ਼੍ਰੋਮਣੀ ਮੰਤਰ ਵਾ ਤੇ ਇਹ ਰਾਜੇ ਮੰਤਰ ਵਾ, ਰਾਜੇ ਮੰਤਰ। ਕਿਉਂਕਿ ਇਹਨਾਂ ਮੰਤਰਾਂ ਦਾ ਜਾਪ ਕਰਨ ਦੇ ਨਾਲ ਜੀਵ ਦਾ ਜੰਮਣਾ ਮਰਨਾ ਹੀ ਕੱਟਿਆ ਜਾਂਦਾ ਹੈ। ਜਿਹੜਾ ਕੋਈ ਮੂਲ ਮੰਤਰ ਦੀ ਆਰਾਧਨਾ ਕਰੇ, ਗੁਰ ਮੰਤਰ ਦੀ ਆਰਾਧਨਾ ਕਰੇ, ਉਹ ਦੁਬਾਰਾ ਜੰਮਣ ਮਰਨ ਵਿੱਚ ਨਹੀਂ ਪੈਂਦਾ, 84 ਲੱਖ ਜੂਨਾਂ ਵਿੱਚ ਨਹੀਂ ਪੈਂਦਾ। ਨਹੀਂ ਤੇ ਦੁਨੀਆ ਦਾ ਹੋਰ ਕੋਈ ਮੰਤਰ ਜੰਮਣਾ ਮਰਨਾ ਨਹੀਂ ਕੱਟਦਾ, ਹਉਮੈ ਨਹੀਂ ਕੱਟਦਾ ਕੋਈ ਦੁਨੀਆ ਦਾ ਮੰਤਰ। ਪਰ ਸਤਿਗੁਰੂ ਜੀ ਦਾ ਬਖਸ਼ਿਆ ਹੋਇਆ ਜੋ ਨਾਮ ਰੂਪੀ ਮੰਤਰ ਹੈ, ਬਾਣੀ ਰੂਪੀ ਮੰਤਰ ਹੈ, ਮਹਾਰਾਜ ਕਹਿੰਦੇ ਕੱਟੇ ਹਉਮੈ ਰੋਗ। ਹਉਮੈ ਦਾ ਜਿਹੜਾ ਵੱਡਾ ਰੋਗ ਲੱਗਾ ਹੋਇਆ, ਇਸ ਰੋਗ ਨੂੰ ਗੁਰੂ ਕਾ ਦਿੱਤਾ ਹੋਇਆ ਨਾਮ ਮੰਤਰ ਹੀ ਕੱਟਦਾ ਹੈ। ਹਉਮੈ ਨੂੰ ਰੋਗ ਆਖਿਆ ਸਾਧ ਸੰਗਤ ਜੀ। ਕਿੰਨੇ ਸਰੀਰਕ ਰੋਗ ਹਨ, ਪਰ ਇਹ ਹਉਮੈ ਜਿਹੜਾ ਹੈ ਇਹ ਵੱਡਾ ਰੋਗ ਹੈ ਤੇ ਇਹਦੀ ਦਵਾਈ ਸਤਿਗੁਰੂ ਤੋਂ ਬਿਨਾ ਹੋਰ ਕਿਸੇ ਡਾਕਟਰ ਕੋਲੇ ਨਹੀਂ ਹੈ, ਹੋਰ ਕਿਸੇ ਵੈਦ ਕੋਲੇ, ਹਕੀਮ ਕੋਲੇ ਹਉਮੈ ਦੀ ਦਵਾਈ ਨਹੀਂ ਹੈ। ਦੁਨੀਆ ਵਿੱਚ ਵੱਡੇ ਵੱਡੇ ਹਸਪਤਾਲ ਬਣੇ ਆ, ਵੱਡੇ ਵੱਡੇ ਡਾਕਟਰ ਵਾ, ਵੱਡੀਆਂ ਵੱਡੀਆਂ ਡਿਗਰੀਆਂ ਉਹਨਾਂ ਨੇ ਕੋਰਸ ਕੀਤੇ ਹੋਏ ਆ, ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਬਹੁਤ ਪੜ੍ਹਾਈ ਕੀਤੀ ਹੈ, ਪਰ ਹਉਮੈ ਦਾ ਇਲਾਜ ਕਰਨ ਵਾਲਾ ਕੋਈ ਵੀ ਡਾਕਟਰ ਨਹੀਂ ਹੈ ਦੁਨੀਆ ਦੇ ਵਿੱਚ। ਜੇ ਹਉਮੈ ਦਾ ਇਲਾਜ ਹੈ ਤਾਂ ਉਹ ਸਤਿਗੁਰਾਂ ਦੇ ਪਾਸ ਹੀ ਹੈ। ਹਉਮੈ ਦੀ ਦਵਾਈ ਹੈ ਤਾਂ ਸਤਿਗੁਰਾਂ ਦੇ ਪਾਸ ਹੈ, ਕਿਉਂਕਿ ਸਤਿਗੁਰਾਂ ਦੀ ਇੱਕੋ ਦਵਾਈ ਸਾਰੇ ਰੋਗਾਂ ਤੇ ਕਾਟ ਕਰਦੀ ਹੈ। ਸਤਿਗੁਰੂ ਜੀ ਹਉਮੈ ਦਾ ਰੋਗ ਕੱਟਣ ਵਾਸਤੇ ਵੀ ਨਾਮ ਦੀ ਦਵਾਈ ਦਿੰਦੇ ਆ, ਤ੍ਰਿਸ਼ਨਾ ਦਾ ਰੋਗ ਕੱਟਣ ਵਾਸਤੇ ਵੀ ਨਾਮ ਦੀ ਦਵਾਈ ਦਿੰਦੇ ਆ, ਕਾਮ ਦਾ ਰੋਗ ਕੱਟਣ ਵਾਸਤੇ ਵੀ ਨਾਮ ਦੀ ਦਵਾਈ ਦਿੰਦੇ ਆ, ਕ੍ਰੋਧ ਦਾ ਰੋਗ ਕੱਟਣ ਵਾਸਤੇ ਵੀ ਨਾਮ ਦੀ ਦਵਾਈ ਦਿੰਦੇ ਆ, ਲੋਭ ਮੋਹ ਹੰਕਾਰ ਝੂਠ ਨਿੰਦਿਆ ਚੁਗਲੀ ਈਰਖਾ ਅਗਿਆਨ ਜੰਮਣਾ ਮਰਨਾ ਜਿੰਨੇ ਵੀ ਪ੍ਰਕਾਰ ਦੇ ਇਹ ਰੋਗ ਵਾ, ਇਹਨਾਂ ਸਾਰਿਆਂ ਦੀ ਇੱਕੋ ਹੀ ਦਵਾਈ ਦਿੰਦੇ ਆ, ਉਹ ਨਾਮ ਆ। ਤੇ ਇਹ ਨਾਮ ਰੂਪੀ ਦਵਾਈ ਸਤਿਗੁਰੂ ਵੈਦ ਕੋਲੇ ਹੀ ਆ, ਦੁਨੀਆ ਵਿੱਚ ਹੋਰ ਕਿਸੇ ਵੈਦ ਕੋਲੇ, ਕਿਸੇ ਹਸਪਤਾਲ ਵਿੱਚ ਹਉਮੈ ਦੀ ਦਵਾਈ ਨਹੀਂ ਹੈ। ਤੇ ਹਉਮੈ ਦਾ ਰੋਗ ਮਾਰੇ ਕਹਿੰਦੇ ਦੀਰਘ ਰੋਗ ਹੈ। ਹਉਮੈ ਦੀਰਘ ਰੋਗ ਹੈ, दारू ਪੀਏ ਸਮਾਹੇ, ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਕਹੈ ਸੁਣੋ ਜਨੋ ਇਤ ਸੰਜਮ ਦੁਖ ਜਾਹੇ। ਜੇ ਗੁਰੂ ਕੀ ਸ਼ਰਨ ਵਿੱਚ ਪੈ ਕਰਕੇ ਨਾਮ ਜਪਿਆ ਜਾਵੇ ਤੇ ਪਰਹੇਜ ਰੱਖਿਆ ਜਾਵੇ ਔਗਣਾ ਵੱਲੋਂ ਵਿਕਾਰਾਂ ਵੱਲੋਂ, ਤੇ ਫਿਰ ਇਹ ਹਉਮੈ ਦਾ ਰੋਗ ਕੱਟਿਆ ਜਾਂਦਾ ਹੈ। ਸਰਬ ਰੋਗ ਕਾ ਔਖਦ ਨਾਮ, ਸਾਰਿਆਂ ਰੋਗਾਂ ਦੀ ਔਖਦੀ ਹੈ ਨਾਮ, ਜਿਹੜੀ ਦਵਾਈ ਸਤਿਗੁਰੂ ਜੀ ਦੇ ਪਾਸੋਂ ਮਿਲਦੀ ਹੈ। ਕਲਿਆਣ ਰੂਪ ਮੰਗਲ ਗੁਣ ਗਾਮ। ਇਸ ਕਰਕੇ ਬਾਣੀ ਨੇ ਫੈਸਲਾ ਕਰ ਦਿੱਤਾ
कि वैद सतगुरु है, नाम रूपी दवाई दे करके महाराज साहब जी हौमे दा रोग कटदे आ, जमा दा फंदा कटदे आ। मेरा वैद गुरु गोविंदा, मेरा वैद गुरु गोविंदा, वैद गुरु गोविंदा, मेरा 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 वैद गुरु गोविंदा। हर हर नाम औखद मुख देवै, हर हर नाम औखद मुख देवै, हर हर नाम औखद मुख देवै, हर हर नाम औखद मुख देवै। काटै जम के फंदा, काटै जम के फंदा, काट जम की फंदा, काट जम की फंदा। मेरा वैद गुरु गोविंदा, मेरा वैद गुरु गोविंदा, मेरा वैद गुरु गोविंदा, मेरा वैद गुरु गोविंदा। महाराज नाम रूपी दवाई दे करके कट्टे हौमै रोग, हौमे दा रोग जड़ों कट देंदे। ते हौमे दा रोग महाराज कहंदे बड़ा पुराना रोग आ, कईयां जन्मां दा लगा होया रोग आ, पुराना रोग आ। और इस रोग करके ही जमना मरना पैंदा। हौ विच आया, हौ विच गया, हौ विच जम्मिया, हौ विच मोआ, हौ विच दिता, हौ विच लिया, हौ विच खटिया, हौ विच गया। ये हौमे करके। पर गरीब नवाज साहब ने नाल ये भी बचन कहे आ, सतगुरु कहंदे भी दवाई भाई सतगुरु दे देंदे आ, दवाई रोग नूं कट्टण वाली है, पर कटदी तां वा जे कोई दवाई वरते ते। ये नहीं भी दवाई लिजा के घरे रख छड्डे, सराणे रख छड्डे ते ओनू समय सिर खावे ही ना, ओनू वरते ही ना। ते जिहड़ा वैद ने परहेज दस्सिया वो परहेज ना करे भी आ खट्टी तली चीज नहीं खानी। कोई निका जिहा रोग होवे ते दवाई नालों परहेज डॉक्टर ज्यादा दसदे, वो कहंदे दवाई ते खानी खानी, परहेज भी नाल रख भाई। सतगुरु नाम दी दवाई भी देंदे आ ते नाल ਰਹਿਤਾਂ ਵਿੱਚ ਰਹਿਣਾ ਤੇ ਕੁਰੈਤਾਂ ਦਾ ਤਿਆਗ ਕਰਨਾ, ਸੰਜਮ ਵਿੱਚ ਰਹਿਣਾ, ਨਿਜਮ ਵਿੱਚ ਰਹਿਣਾ, ਇਹ ਪਰਹੇਜ ਵੀ ਦੱਸਦੇ ਆ ਕਿ ਜੇ ਇਸ ਪਰਹੇਜ ਨੂੰ ਧਾਰਨ ਕਰੇਗਾ, ਕੁਰੈਤਾਂ ਦਾ ਤਿਆਗ ਕਰੇਗਾ ਤੇ ਨਾਮ ਰੂਪੀ ਦਵਾਈ ਤੇਰੇ ਤਾਂ ਕੰਮ ਕਰਨੀ ਆ। ਤੇ ਜੇ ਨਾਮ ਵੀ ਜਪੀ ਜਾਵੇਗਾ ਤੇ ਕੁਕਰਮ ਵੀ ਕਰੀ ਜਾਵੇਗਾ, ਕੁਰੈਤਾਂ ਵੀ ਕਰੀ ਜਾਵੇਗਾ, ਫਿਰ ਦਵਾਈ ਨੇ ਕੰਮ ਨਹੀਂ ਕਰਨਾ। ਦਵਾਈ ਤਾਂ ਕੰਮ ਕਰੇਗੀ ਜੇ ਰਹਿਤ ਵਿੱਚ ਵੀ ਰਵੇਗਾ। ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਭਾਈ ਗੁਰਦਾਸ ਸਾਹਿਬ ਜੀ ਨੇ ਆਖਿਆ ਜੇ ਕੋਈ ਵੈਦ ਕੋਲੋਂ ਪੁੱਛ ਲਵੇ, ਦਵਾਈ ਲੈ ਆਵੇ ਤੇ ਦਵਾਈ ਸਮੇਂ ਸਿਰ ਖਾਵੇ ਨਾ, ਪਰਹੇਜ ਨਾ ਰੱਖੇ ਤੇ ਰੋਗ ਨਹੀਂ ਠੀਕ ਹੁੰਦਾ। पूछत है वैद खात औखद न संजम से, कैसे मिटे रोग सुख सहज समाई है। तो सतगुरु साहब जी कृपा करके नाम मंत्र दृढ़ करा के हौमे दा रोग कट देंदे हन। नानक सतगुर तिना मिलाया। पर गरीब नवाज साहब जी कहंदे भी सतगुरु भी उन्हां नूं ही मिलदे। परमेश्वर वाहिगुरु जी ने तिन्हां जीवां नूं सतगुरु जी दे नाल मिलाया है। जिन्हां दा धुर तो ही संजोग पिया होया, जिन्हां दे मस्तक दे उत्ते श्रेष्ठ भाग हन, ये लेख पिया होया भी ये संजोग जिन्हां दे कर्मां विच लिखिया होया ना भी सतगुरु जी दे नाल इन्हां दा मिलाप होवेगा, इन्हां जीवां दा संजोग होवेगा, ये मिलणगे सतगुरु जी दे नाल। जिन्हां दा धुर तो संजोग लिखिया होया, धुर तो सतगुरु जी दे नाल मिलाप लिखिया होया, उन्हां नूं ही परमेश्वर वाहिगुरु जी सतगुरां दे नाल मिलाउंदे आ। ਉਹ ਸਤਿਗੁਰੂ ਜੀ ਦੀ ਸਿੱਖੀ ਪ੍ਰਾਪਤ ਕਰਦੇ ਆ, ਸਤਿਗੁਰੂ ਜੀ ਦੇ ਨਾਲ ਮਿਲ ਕੇ ਸਤਿਗੁਰੂ ਜੀ ਦਾ ਨਾਮ ਲੈਂਦੇ ਆ ਤੇ ਸਤਿਗੁਰੂ ਜੀ ਦਾ ਗੁਰ ਮੰਤਰ, ਮੂਲ ਮੰਤਰ, ਨਾਮ ਦਾ ਇਹ ਜਾਪ ਫਿਰ ਕਰਦੇ ਹਨ। ਜਿਨ ਧੁਰ ਮਸਤਕ ਲਿਖਿਆ ਤਿਨਾ ਸਤਿਗੁਰ ਮਿਲਿਆ RAM ਰਾਜੇ,
ਅਗਿਆਨ ਅੰਧੇਰਾ ਕਟਿਆ, ਗੁਰ ਗਿਆਨ ਘਟ ਬਲਿਆ। ਹਰ ਲੱਧਾ ਰਤਨ ਪਦਾਰਥੋ, ਫਿਰ ਬਹੁੜ ਨਾ ਚੱਲਿਆ। ਜਨ ਨਾਨਕ ਨਾਮ ਆਰਾਧਿਆ, ਆਰਾਧ ਹਰ ਮਿਲਿਆ। ਜਿਨ੍ਹਾਂ ਦੇ ਧੁਰ ਤੋਂ ਹੀ ਸੰਜੋਗ, ਇਹ ਮਿਲਾਪ ਜਿਹੜਾ ਹੈ ਉਹ ਪਿਆ ਹੋਇਆ ਹੈ ਲੇਖ ਮਸਤਕ ਤੇ। ਮਹੱਲਾ ਪੰਜਵਾਂ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅਗਲੇ ਸ਼ਲੋਕ ਵਿੱਚ ਹੋਰ ਬਖਸ਼ਿਸ਼ ਕਰਦੇ ਹਨ। ਇੱਕ ਸੱਜਣ ਸਭ ਸੱਜਣਾ। ਮਹਾਰਾਜ ਕਹਿੰਦੇ ਜੇ ਇੱਕ ਵਾਹਿਗੁਰੂ ਸੱਜਣ ਬਣ ਜਾਵੇ ਨਾ, ਫਿਰ ਸਾਰੇ ਸੱਜਣਤਾਈ ਕਰਨ ਲੱਗ ਪੈਂਦੇ, ਸਾਰੇ ਸੱਜਣ ਬਣ ਜਾਂਦੇ। ਜੇ ਇੱਕ ਪ੍ਰਮਾਤਮਾ ਸਾਡੇ ਸੱਜਣ ਬਣ ਜਾਣ, ਉਹਦੇ ਨਾਲ ਅਸੀਂ ਪ੍ਰੇਮ ਕਰੀਏ, ਉਸ ਦਾ ਸਿਮਰਨ ਭਜਨ ਕਰੀਏ, ਉਹ ਸੱਜਣ ਬਣ ਜਾਵੇ, ਸਾਡਾ ਸਾਰੀ ਸ੍ਰਿਸ਼ਟੀ ਸੱਜਣ ਬਣ ਜਾਂਦੀ ਹੈ। ਇੱਕ ਵੈਰੀ ਸਭ ਵਾਦ। ਪਰ ਜੇ ਇੱਕ ਵਾਹਿਗੁਰੂ ਤੋਂ ਬੇਮੁਖ ਹੋ ਜਾਈਏ, ਜੇ ਇੱਕ ਵੈਰੀ ਬਣ ਜਾਵੇ, ਉਹ ਵੈਰੀ ਕਿਵੇਂ ਬਣਦਾ ਹੈ ਕਿ ਉਸ ਦੇ ਭਾਣੇ ਵਿੱਚ ਨਾ ਚੱਲੀਏ, ਉਹਦੇ ਹੁਕਮ ਵਿੱਚ ਨਾ ਚੱਲੀਏ, ਉਹਦਾ ਸਿਮਰਨ ਭਜਨ ਨਾ ਕਰੀਏ, ਉਹਦੇ ਤੋਂ ਮੂੰਹ ਮੋੜ ਲਈਏ, ਉਹਦੇ ਤੋਂ ਬੇਮੁਖ ਹੋ ਜਾਈਏ। ਜਦੋਂ ਉਹ ਇੱਕ ਵੈਰੀ ਬਣ ਜਾਵੇ, ਫਿਰ ਸਾਰੀ ਸ੍ਰਿਸ਼ਟੀ ਹੀ ਸਭ ਵਾਦ, ਸਭ ਝਗੜੇ ਕਰਨ ਲੱਗ ਪੈਂਦੇ, ਫਿਰ ਸਾਰੇ ਵੈਰੀ ਬਣ ਜਾਂਦੇ ਹਨ ਜੀਵ ਦੇ। ਜੇ ਇੱਕ ਦੇ ਨਾਲ, ਇੱਕ ਤੋਂ ਮੂੰਹ ਮੋੜ ਲਈਏ, ਉਹਦੇ ਤੋਂ ਬੇਮੁਖ ਹੋ ਜਾਈਏ, ਫਿਰ ਆਪਣੇ ਆਪ, ਫਿਰ ਬਿਨਾਂ ਕਿਸੇ ਝਗੜੇ ਦੇ ਵਿੱਚ ਸ਼ਾਮਲ ਹੋਇਆ ਅਣਹੋਂਦੇ ਝਗੜੇ ਵੀ ਗਲ ਵਿੱਚ ਆ ਪੈਂਦੇ। ਫਿਰ ਵਿਪਤਾ ਸੰਕਟ ਝਗੜੇ ਬਿਨਾਂ ਬੁਲਾਏ ਹੀ ਆ ਕਰਕੇ ਪੈ ਜਾਂਦੇ ਗਲ ਦੇ ਵਿੱਚ। ਮਹਾਰਾਜ ਕਹਿੰਦੇ ਇੱਕ ਵੈਰੀ ਹੋ ਜਾਵੇ ਤੇ ਸਭ ਵਾਦ ਸਾਰੇ ਫਿਰ ਝਗੜੇ ਕਰਨ ਲੱਗ ਪੈਂਦੇ, ਫਿਰ ਸਾਰੀ ਉਮਰ ਵੀ ਵਿਅਰਥ ਚਲੇ ਜਾਂਦੀ ਹੈ। ਗੁਰ ਪੂਰੈ ਤੇ ਖਾਲਿਆ। ਪੂਰੇ ਸਤਿਗੁਰੂ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਦੇਖਾਲਿਆ, ਸਾਨੂੰ ਵਿਖਾਲਿਆ ਹੈ, ਸਾਨੂੰ ਵਿਖਾਇਆ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਸਾਡੇ ਅੰਦਰ ਦੀਆਂ ਅੱਖਾਂ ਖੋਲ ਕਰਕੇ, ਮਨ ਤੇ ਬੁੱਧ ਦੀਆਂ ਅੱਖਾਂ ਖੋਲ ਕਰਕੇ, ਗਿਆਨ ਤੇ ਵੈਰਾਗ ਦੀਆਂ ਅੱਖਾਂ ਦੇ ਦੁਆਰਾ ਪੂਰੇ ਸਤਿਗੁਰੂ ਜੀ ਨੇ ਸਾਨੂੰ ਵਿਖਾਉਣਾ ਕੀਤਾ ਹੈ ਬਿਨ ਨਾਵੈ ਸਭ ਬਾਤ। ਕਿ ਬਿਨਾਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਜਪੇ ਤੋਂ ਸਾਰਾ ਜੀਵਨ, ਸਭ ਕੁਝ ਬਾਦ ਨਾਮ ਵਿਅਰਥ, ਸਭ ਕੁਝ ਵਿਅਰਥ ਹੈ। ਸਾਰਾ ਜੀਵਨ ਹੀ ਵਿਅਰਥ ਹੈ, ਸਾਰੀ ਜ਼ਿੰਦਗੀ ਵਿਅਰਥ ਹੈ, ਤੇ ਹੋਰ ਜਿੰਨਾ ਕੁਝ ਕਰਦੇ ਕਰਾਉਂਦੇ ਆ ਸਭ ਕੁਝ ਨਿਸਫਲ ਹੈ, ਕਿਸੇ ਲੇਖੇ ਵਿੱਚ ਨਹੀਂ ਨਾਮ ਜਪੇ ਤੋਂ ਬਿਨਾਂ। ਸਾਰਾ ਕੁਝ ਹੀ ਵਿਅਰਥ ਹੈ। ਧ੍ਰਿਗ ਧ੍ਰਿਗ ਖਾਇਆ, ਧ੍ਰਿਗ ਧ੍ਰਿਗ ਸੋਇਆ, ਧ੍ਰਿਗ ਧ੍ਰਿਗ ਕਾਪੜ ਅੰਗ ਚੜਾਇਆ, ਧ੍ਰਿਗ ਸਰੀਰ ਕੁਟੰਬ ਸਹਿਤ ਸਿਉ ਜਿਤ ਹੁਣ ਖਸਮ ਨਾ ਪਾਇਆ, ਪੌੜੀ ਛੁੜਕੀ ਫਿਰ ਹਾਥ ਨਾ ਆਵੇ, ਅਹਿਲਾ ਜਨਮ ਗਵਾਇਆ। ਹਰ ਬਿਸਰਤ ਸਦਾ ਖੁਆਰੀ, ਵਾਹਿਗੁਰੂ ਦੇ ਭੁੱਲ ਜਾਣੇ ਕਰਕੇ ਸਾਰਾ ਜੀਵਨ ਹੀ ਵਿਅਰਥ ਹੈ ਤੇ ਸਦਾ ਖੁਆਰੀ ਹੋਣਾ ਪੈਂਦਾ ਹੈ। ਸਾਖਤ ਦੁਰਜਨ ਭਰਮਿਆ। ਜਿਹੜੇ ਪਰਮੇਸ਼ਰ ਵਾਹਿਗੁਰੂ ਜੀ ਵੱਲੋਂ ਟੁੱਟ ਗਏ, ਮਾਇਆ ਸ਼ਕਤੀ ਦੇ ਉਪਾਸ਼ਕ ਬਣ ਗਏ, ਉਹ ਸਾਖਤ ਦੁਰਜਨ ਖੋਟੇ ਪੁਰਸ਼। ਮਾਰੇ ਕਹਿੰਦੇ ਸਾਖਤ ਤੇ ਖੋਟਾ ਪੁਰਸ਼ ਜਿਹੜਾ ਉਹ ਭਰਮ ਵਿੱਚ ਪੈ ਕਰਕੇ, ਵਿਕਾਰਾਂ ਦੇ ਵਿੱਚ, ਔਗਣਾ ਵਿੱਚ, ਭਟਕਣਾ ਵਿੱਚ ਪੈ ਕੇ ਭਰਮਿਆ ਹੈ। ਜੋ ਲੱਗੇ ਦੂਜੈ ਭਾਵ ਸਾਧ। ਜਿਹੜੇ ਸਾਖਤ ਤੇ ਦੁਰਜਨ ਭਰਮ ਵਿੱਚ ਪੈ ਗਏ, ਦੁਐਤ ਭਾਵ ਵਿੱਚ ਲੱਗ ਗਏ, ਉਹ ਦੂਜੇ ਸਵਾਦਾਂ ਵਿੱਚ ਲੱਗ ਗਏ, ਵਿਕਾਰਾਂ ਦੇ ਸਵਾਦਾਂ ਦੇ ਵਿੱਚ ਲੱਗ ਗਏ। ਜਨ ਨਾਨਕ ਹਰਿ ਪ੍ਰਭ ਬੁਝਿਆ। ਜਿਹੜੇ ਵਾਹਿਗੁਰੂ ਦੇ ਜਨ ਬਣੇ, ਉਹਨਾਂ ਜਨਾਂ ਸੇਵਕਾਂ ਨੇ ਹਰੀ ਪ੍ਰਭੂ ਨੂੰ ਬੁੱਝਣਾ ਕੀਤਾ, ਸਮਝਣਾ ਕੀਤਾ ਹੈ। ਗੁਰ ਸਤਿਗੁਰ ਕੈ ਪ੍ਰਸਾਦ। ਤੇ ਜਨਾਂ ਨੇ, ਸੇਵਕਾਂ ਨੇ ਵੀ ਕਿਵੇਂ ਪਰਮੇਸ਼ਰ ਨੂੰ ਬੁੱਝਿਆ ਹੈ? ਗੁਰ ਜੋ ਪੂਜਨੀਕ ਹਨ, ਸਤਿਗੁਰ ਸੱਚੇ ਗੁਰੂ ਜੀ, ਸਤਿਗੁਰੂ ਜੀ ਦੇ ਪ੍ਰਸਾਦ ਕਿਰਪਾ ਦੇ ਰਾਹੀਂ ਬੁੱਝਿਆ ਹੈ, ਸਮਝਿਆ ਹੈ। ਕਿਉਂਕਿ ਆਪਣੇ ਆਪ ਨਹੀਂ ਬੁੱਝਿਆ ਜਾਂਦਾ, ਆਪਣੇ ਆਪ ਨਹੀਂ ਸਮਝਿਆ ਜਾਂਦਾ। ਸਤਿਗੁਰੂ ਹੀ ਜਿਸ ਨੂੰ ਬੁਝਾਉਂਦੇ ਆ ਉਹੀ ਬੁੱਝਦਾ ਹੈ, ਸਤਿਗੁਰੂ ਜਿਸ ਨੂੰ ਸਮਝ ਦਿੰਦੇ ਉਹੀ ਸਮਝਦਾ ਹੈ। ਕਿਉਂਕਿ ਸਤਿਗੁਰੂ ਆਏ ਹੀ ਸੰਸਾਰ ਵਿੱਚ ਤਾਂ ਵਾ, ਸੰਸਾਰ ਨੂੰ ਸਮਝਾਉਣ ਵਾਸਤੇ, ਸੰਸਾਰ ਨੂੰ ਬੁਝਾਉਣ ਵਾਸਤੇ, ਸੰਸਾਰ ਨੂੰ ਧਰਮ ਦ੍ਰਿੜ ਕਰਾਉਣ ਵਾਸਤੇ, ਸੰਸਾਰ ਨੂੰ ਨਾਮ ਨਾਲ ਜੋੜਨ ਵਾਸਤੇ, ਸੇਵਾ ਸਿਮਰਨ ਕਰਾਉਣ ਵਾਸਤੇ। ਸਤਿਗੁਰੂ ਜੀ ਦਾ ਅਵਤਰਨ ਹੀ ਤਾਂ ਹੋਇਆ ਹੈ, ਭੁੱਲਿਆਂ ਨੂੰ ਰਾਹ ਵਿਖਾਉਣ ਵਾਸਤੇ ਮਹਾਰਾਜ ਜੀ ਆਏ, ਸਤਿਗੁਰੂ ਹੀ ਬੁਝਾਉਣ ਵਾਸਤੇ ਆਏ। ਤਾਂ ਪੰਜਵੇਂ ਪਾਤਸ਼ਾਹ ਕਹਿੰਦੇ ਜਨਾਂ ਨੇ ਹਰੀ ਪਰਮੇਸ਼ਰ ਨੂੰ ਬੁੱਝ ਲਿਆ, ਸਮਝ ਲਿਆ
ਕਿਵੇਂ ਸਮਝ ਲਿਆ? ਗੁਰ ਸਤਿਗੁਰ ਕੈ ਪ੍ਰਸਾਦ। ਪੂਜਨੀਕ ਸਤਿਗੁਰਾਂ ਦੀ ਕਿਰਪਾ ਦੇ ਰਾਹੀਂ ਸਮਝਿਆ। ਭੂਲੇ ਮਾਰਗ ਜਿਨ ਹੈ ਬਤਾਇਆ, ਭੂਲੇ ਮਾਰਗ ਜਿਨ ਹੈ ਬਤਾਇਆ, ਭੂਲੇ ਮਾਰਗ ਜਿਨ ਹੈ ਬਤਾਇਆ, ਭੂਲੇ ਮਾਰਗ ਜਿਨ ਹੈ ਬਤਾਇਆ। ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਨਾਰਾਇਣ ਨਰਪਤ ਨਮਸਕਾਰੈ, ਨਾਰਾਇਣ ਨਰਪਤ ਨਮਸਕਾਰੈ, ਨਾਰਾਇਣ ਨਰਪਤ ਨਮਸਕਾਰੇ, ਨਾਰਾਇਣ ਨਰਪਤ ਨਮਸਕਾਰੇ। ਐਸੇ ਗੁਰ ਕਾ ਬਲ ਬਲ ਜਾਈਐ, ਐਸੇ ਗੁਰ ਕਾ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ ਤਾਰੈ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਗੁਰ ਕਰ ਮਨ ਮੋਰ, ਗੁਰੂ ਗੁਰੂ ਗੁਰ ਕਰ ਮਨ ਮੋਰ। ਗੁਰੂ ਬਿਨਾ ਮੈਂ ਨਾਹੀ ਹੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਗੁਰ ਕੀ ਟੇਕ ਰਹੋ ਦਿਨ ਰਾਤ, ਗੁਰ ਕੀ ਟੇਕ ਰਹੋ ਦਿਨ ਰਾਤ, ਗੁਰ ਕੀ ਟੇਕ ਰਹੋ ਦਿਨ ਰਾਤ। ਜਾ ਕੀ ਕੋਏ ਨਾ ਮਿਟੈ ਦਾਤ, ਜਾ ਕੀ ਕੋਏ ਨਾ ਮਿਟੈ ਦਾਤ, ਜਾ ਕੀ ਕੋਈ ਨਾ ਮਿਟੈ ਦਾਤ, ਜਾ ਕੀ ਕੋਈ ਨਾ ਮਿਟੈ ਦਾਤ। ਸਾਰੇ ਅਗਿਆਨ ਦੇ ਪਰਦੇ ਸਤਿਗੁਰੂ ਹੀ ਦੂਰ ਕਰਦੇ, ਸਤਿਗੁਰੂ ਹੀ ਅੱਖਾਂ ਖੋਲਦੇ। ਮਹਾਰਾਜ ਸਾਹਿਬ ਵੀ ਭਰਮ ਦੇ ਫੋਲੇ ਦੂਰ ਕਰਦੇ। ਸਤਿਗੁਰੂ ਗਰੀਬ ਨਵਾਜ ਸਾਹਿਬ ਵੀ ਮਨ ਬੁੱਧ ਨੇਤਰਾਂ ਦੇ ਵਿੱਚ ਗਿਆਨ ਦੀਆਂ ਸਲਾਈਆਂ ਪਾਉਂਦੇ। ਗਿਆਨ ਸੁਲਾਕਾਂ ਦੇ ਬੁੱਧ ਲੋਚਨ ਕਰ ਹੈ, ਆਤਮ ਗਿਆਨ ਵਿਮੋਚਨ। ਗੁਰੂ ਸਾਹਿਬ ਵੀ ਕਿਰਪਾ ਕਰਦੇ ਆ, ਹਨੇਰਾ ਚੁੱਕਦੇ ਆ, ਚਾਨਣਾ ਕਰਦੇ। ਜੇ 100 ਚੰਦਾ ਯੁਗ ਵਹਿ ਸੂਰਜ ਚੜ੍ਹੈ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰੇ ਅੰਧਾਰ। ਗਰੀਬ ਨਵਾਜ ਸਾਹਿਬ ਜੀ ਨੇ ਆਖਿਆ ਸਤਿਗੁਰੂ ਹੀ ਕਿਰਪਾ ਕਰਦੇ। ਸਤਿਗੁਰਾਂ ਦੀ ਕਿਰਪਾ ਦੇ ਨਾਲ ਹੀ ਵਾਹਿਗੁਰੂ ਪਰਮੇਸ਼ਰ ਨੂੰ ਸੇਵਕਾਂ ਨੇ ਬੁੱਝਿਆ ਹੈ, ਸਮਝਿਆ ਹੈ। ਕਿਉਂਕਿ ਅਗਿਆਨਤਾ ਜਿਹੜੀ ਹੈ ਆਪਣੇ ਆਪ ਦੂਰ ਨਹੀਂ ਹੁੰਦੀ, ਇਹ ਸਤਿਗੁਰੂ ਹੀ ਦੂਰ ਕਰਦੇ ਆ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸੁਪੁੰਨ, ਅਗਨ ਕਟਹਿ ਸਭ ਤੇਰੇ। ਜਿਨ੍ਹਾਂ ਸੇਵਕਾਂ ਨੇ ਵਾਹਿਗੁਰੂ ਨੂੰ ਬੁੱਝਿਆ ਹੈ, ਸਮਝਿਆ ਹੈ, ਪੰਜਵੇਂ ਪਾਤਸ਼ਾਹ ਕਹਿੰਦੇ ਗੁਰ ਸਤਿਗੁਰ ਕੈ ਪ੍ਰਸਾਦ। ਪੂਜਨੀਕ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੀ ਸਮਝਿਆ ਹੈ। ਪੌੜੀ ਖੱਟਣ ਹਾਰ ਆਠ ਆਪੇ ਹੀ ਖੱਟਿਆ। ਪੌੜੀ ਦੇ ਵਿੱਚ ਮਹਾਰਾਜ ਪੰਜਵੇਂ ਪਾਤਸ਼ਾਹ ਬਖਸ਼ਿਸ਼ ਕਰਦੇ, ਕਿਉਂਕਿ ਰਾਮਕਲੀ ਰਾਗ ਦੀ ਇਹ ਦੂਸਰੀ ਵਾਰ ਆਰੰਭ ਹੋਈ, ਇਹ ਪਹਿਲੀ ਪੌੜੀ ਹੈ। ਇਸ ਵਾਰ ਦੀਆਂ 22 ਪੌੜੀਆਂ ਵਾ, ਇਹ ਸਮੁੱਚੀ ਵਾਰ ਪੰਜਵੇਂ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਹੈ। ਮਹਾਰਾਜ ਕਹਿੰਦੇ ਥੱਟਣ ਹਾਰ ਹੈ ਥਾਟ, ਜੋ ਥੱਟਣ ਹਾਰ ਹੈ, ਜੋ ਥੱਟਣ ਹਾਰ ਹੈ ਨਾ ਪਰਮੇਸ਼ਰ ਬਣਾਉਣ ਵਾਲਾ ਹੈ। ਉਸਨੇ ਇਹ ਥਾਟ ਜੋ ਬਣਾਵਟ ਹੈ, ਸੰਸਾਰ ਰੂਪੀ ਜੋ ਥਾਟ ਹੈ, ਸੰਸਾਰ ਰੂਪੀ ਜੋ ਬਣਾਵਟ ਹੈ, ਬਣਾਉਣ ਹਾਰੇ ਨੇ ਆਪੇ ਹੀ ਖੱਟਿਆ। ਆਪ ਹੀ ਇਹ ਬਣਾਉਣਾ ਕੀਤਾ ਹੈ। ਬਣਾਉਣ ਵਾਲੇ ਪਰਮੇਸ਼ਰ ਨੇ ਸੰਸਾਰ ਨੂੰ ਆਪ ਹੀ ਬਣਾਇਆ ਹੋਇਆ। ਉਹ ਥੱਟਣ ਹਾਰੇ ਨੇ ਸੰਸਾਰ ਰੂਪੀ ਥਾਟ ਆਪ ਹੀ ਥੱਟਿਆ ਹੋਇਆ ਹੈ, ਆਪ ਹੀ ਬਣਾਇਆ ਹੋਇਆ ਹੈ। ਆਪੇ ਪੂਰਾ ਸਾਖ, ਉਹ ਆਪ ਹੀ ਪਰਮੇਸ਼ਰ ਪੂਰਾ ਸ਼ਾਹੂਕਾਰ ਹੈ, ਵੱਡਾ ਸ਼ਾਹੂਕਾਰ ਹੈ। ਆਪੇ ਹੀ ਖੱਟਿਆ ਤੇ ਆਪ ਹੀ ਉਹ ਖੱਟੀ ਕਮਾਈ ਕਰਨ ਵਾਲਾ ਹੈ। ਸ਼ਾਹੂਕਾਰ ਕੋਲੋਂ ਆ ਕਰਕੇ ਸੋ ਜੋ ਇਸੇ ਪ੍ਰਕਾਰ ਜੋ ਧਨ ਪਦਾਰਥ ਲਿਆ ਜਾਂਦਾ ਹੈ,
ਉਹ ਗੁਰਮੁਖ ਹੋ ਕਰਕੇ ਆਪ ਹੀ ਇਸ ਖੱਟੀ ਨੂੰ ਵੀ ਖੱਟਿਆ। ਜਗਿਆਸੂ ਰੂਪ ਹੋ ਕਰਕੇ ਆਪ ਹੀ ਉਸਨੇ ਸ਼ਾਹੂਕਾਰ ਦੇ ਪਾਸੋਂ ਇਹ ਧਨ ਨੂੰ ਖੱਟਣਾ ਕੀਤਾ ਹੈ। ਆਪੇ ਘਰ ਪਾਸਾਰ ਆਪ ਉਹ ਪਰਮੇਸ਼ਰ ਵਾਹਿਗੁਰੂ ਆਪੇ ਪੂਰਾ ਸਾਹੋ, ਆਪ ਹੀ ਸਤਿਗੁਰੂ ਰੂਪੀ ਸ਼ਾਹੂਕਾਰ ਹੈ, ਆਪੇ ਹੀ ਖੱਟਿਆ ਤੇ ਆਪ ਹੀ ਗੁਰਸਿੱਖ ਰੂਪੀ ਉਹ ਖੱਟੀ ਕਮਾਈ ਕਰਨ ਵਾਲਾ, ਤੇ ਆਪ ਹੀ ਸਾਧ ਸੰਗਤ ਜੀਓ ਪਰਮੇਸ਼ਰ ਵਾਹਿਗੁਰੂ ਸ਼ਾਹੂਕਾਰ ਹੈ ਤੇ ਆਪ ਹੀ ਉਹ ਭਗਤ ਸੰਤ ਰੂਪੀ ਹੋ ਕਰਕੇ ਸੋ ਉਹ ਜਗਿਆਸੂ ਰੂਪ ਹੋ ਕਰਕੇ ਗ੍ਰਾਹਕ ਬਣ ਕੇ ਇਸ ਖੱਟੀ ਨੂੰ ਖੱਟਣ ਵਾਲਾ ਹੈ। ਆਪੇ ਕਰ ਪਾਸਾਰ, ਆਪ ਹੀ ਸੰਸਾਰ ਪਸਾਰੇ ਨੂੰ ਉਸਨੇ ਪੈਦਾ ਕੀਤਾ ਹੈ। ਆਪੇ ਰੰਗ ਰਟਿਆ ਆਪ ਹੀ ਅਨੇਕਾਂ ਪ੍ਰਕਾਰ ਦੇ ਰੰਗ ਪੈਦਾ ਕੀਤੇ ਸੰਸਾਰ ਵਿੱਚ ਤੇ ਆਪ ਹੀ ਰੰਗਾਂ ਦੇ ਵਿੱਚ ਰਟਿਆ ਹੋਇਆ ਮਿਲਿਆ ਹੋਇਆ। ਇਹ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਹਨੇ ਉਪਾਈ ਸ੍ਰਿਸ਼ਟੀ ਪੈਦਾ ਕੀਤੀ ਹੈ ਰੰਗਾਂ ਰੰਗਾਂ ਦੀ, ਤਰ੍ਹਾਂ ਤਰ੍ਹਾਂ ਦੀ, ਭਾਂਤਾਂ ਭਾਂਤਾਂ ਦੀ, ਕੋਈ ਗਿਣਤੀ ਮਿਣਤੀ ਨਹੀਂ ਹੈ। ਬਾਹਰਲੇ ਵੀ ਸਰੀਰਾਂ ਦੇ ਰੰਗ ਰੂਪ ਆਕਾਰ ਵੱਖਰੇ ਵੱਖਰੇ ਆ, ਅੰਦਰਲੇ ਸੁਭਾਅ ਵੀ ਵੱਖਰੇ ਵੱਖਰੇ ਆ। ਸਾਰੀ 84 ਲੱਖ ਜੂਨਾਂ ਦੇ ਵੇਖੋ ਆਕਾਰ ਵੱਖਰੇ, ਰੰਗ ਵੱਖਰੇ, ਰੂਪ ਵੱਖਰੇ, ਬੋਲੀਆਂ ਵੱਖਰੀਆਂ, ਸੁਭਾਅ ਵੱਖਰੇ। ਇਹ ਸਾਰੇ ਰੰਗਾਂ ਦੇ ਵਿੱਚ ਆਪ ਹੀ ਪਰਮੇਸ਼ਰ ਰੰਗਿਆ ਹੋਇਆ ਮਿਲਿਆ ਹੋਇਆ ਹੈ। ਕੁਦਰਤ ਕੀਮ ਨਾ ਪਾਏ ਉਸ ਵਾਹਿਗੁਰੂ ਜੀ ਦੀ ਕੁਦਰਤ ਦੀ ਕੀਮਤ ਨਹੀਂ ਪੈਂਦੀ ਹੈ, ਉਹਦੀ ਰਚਨਾ ਦੀ ਕੀਮਤ ਨਹੀਂ ਪਾਈ ਜਾ ਸਕਦੀ। ਰਚਨਾ ਦੇ ਬਾਰੇ ਹੀ ਨਹੀਂ ਦੱਸਿਆ ਜਾ ਸਕਦਾ ਕਿ ਕਿੰਨੀ ਕੁ ਰਚਨਾ ਹੈ। ਉਂਝ ਸਮੇਂ ਸਮੇਂ ਦੇ ਨਾਲ ਗਿਣਤੀਆਂ ਮਿਣਤੀਆਂ ਹੁੰਦੀਆਂ ਰਹਿੰਦੀਆਂ ਸਾਧ ਸੰਗਤ ਜੀ, ਮਨੁੱਖਾਂ ਦੀਆਂ ਵੀ ਗਿਣਤੀਆਂ ਹੁੰਦੀਆਂ ਵੀ ਕਿੰਨੀ ਗਿਣਤੀ ਹੈ, ਕਹਿੰਦੇ ਵੀ ਇੰਨੇ ਕਰੋੜ ਹੈ, ਇੰਨੇ ਅਰਬ ਹੈ, ਇੰਨੇ ਖਰਬ ਹੈ, ਪਰ ਪੂਰੀ ਪੂਰੀ ਤੇ ਨਹੀਂ ਕੋਈ ਵੀ ਕਰ ਸਕਦਾ, ਅੰਦਾਜ਼ਾ ਜਿਹਾ ਹੀ ਲਾਇਆ ਜਾ ਸਕਦਾ, ਕਿਉਂਕਿ ਏਡੀ ਵੱਡੀ ਰਚਨਾ ਹੈ ਕਿ ਇੱਕ ਛਿਣ ਵਿੱਚ ਕਿੰਨੇ ਪੈਦਾ ਹੋ ਰਹੇ ਆ, ਕਿੰਨੇ ਚੜ੍ਹਾਈ ਕਰ ਰਹੇ ਆ, ਕੋਈ ਪੂਰਾ ਪੂਰਾ ਹਿਸਾਬ ਕਿਤਾਬ ਨਹੀਂ ਰੱਖ ਸਕਦਾ, ਮੋਟਾ ਮੋਟਾ ਜਿਹਾ ਹੀ ਰੱਖਿਆ ਜਾਂਦਾ। ਇਹ ਇਕੱਲੇ ਮਨੁੱਖ ਦੀ ਗੱਲ ਹੈ ਤੇ ਮਨੁੱਖੀ ਕਿੰਨੇ ਆ, ਪਸ਼ੂ ਕਿੰਨੇ ਆ, ਪੰਛੀ ਕਿੰਨੇ ਆ, ਇੱਕ ਇੱਕ ਜੂਨ ਵਿੱਚ ਕਿੰਨੇ ਜੀਵ ਜੰਤੂ ਆ, ਤੇ 84 ਲੱਖ ਜੂਨਾਂ, ਕਿੰਨੀਆਂ ਜੂਨਾਂ ਪਾਣੀ ਵਿੱਚ ਹੀ ਰਹਿੰਦੀਆਂ, ਕਿੰਨੀਆਂ ਧਰਤੀ ਤੇ ਰਹਿੰਦੀਆਂ, ਕਿੰਨੀਆਂ ਆਕਾਸ਼ ਵਿੱਚ ਉਡਾਰੀਆਂ ਲਾਉਂਦੀਆਂ। ਉਹ ਵਾਹਿਗੁਰੂ ਦੀ ਰਚਨਾ ਕਿੰਨੇ ਪ੍ਰਕਾਰ ਦੀ ਹੈ, ਕਿੰਨੀ ਸੂਖਮ ਹੈ, ਕਿੰਨੀ ਅਸਥੂਲ ਹੈ, ਕਿੰਨੀ ਇਹ ਮੋਟੀ ਜੀ ਹੈ, ਕਿੰਨੀ ਬਰੀਕ ਹੈ, ਜਿਹੜੀ ਅੱਖਾਂ ਨਾਲ ਵੀ ਨਜ਼ਰ ਨਹੀਂ ਆਉਂਦੀ। ਇਹ ਵੀ ਰਚਨਾ ਜਿਹੜੀ ਹੈ ਕੋਈ ਪਤਾਲ ਵਿੱਚ ਰਹਿਣ ਵਾਲੀ ਹੈ, ਕੋਈ ਆਕਾਸ਼ਾਂ ਵਿੱਚ ਰਹਿਣ ਵਾਲੀ ਹੈ। ਮਹਾਰਾਜ ਕਹਿੰਦੇ ਕੁਦਰਤ ਕੀਮ ਨਾ ਪਾਇਓ, ਉਹਦੀ ਰਚਨਾ ਦਾ, ਉਹਦੀ ਕੁਦਰਤ ਦਾ, ਉਹਦੀ ਸ਼ਕਤੀ ਦਾ ਕਿਸੇ ਪ੍ਰਕਾਰ ਕੀਮਤ ਨਹੀਂ ਪਾਈ ਜਾ ਸਕਦੀ, ਮੁੱਲ ਨਹੀਂ ਪਾਇਆ ਜਾ ਸਕਦਾ। ਤੇ ਉਹ ਪਰਮੇਸ਼ਰ ਦੀ ਕੀਮਤ ਤਾਂ ਕਿਸੇ ਨੇ ਕੀ ਪਾਉਣੀ, ਉਹ ਤਾਂ ਅਲੱਖ ਹੈ, ਲਖਣ ਤੋਂ ਪਰੇ ਹੈ, ਲਖਿਆ ਨਹੀਂ ਜਾਂਦਾ। ਬ੍ਰਹਮ ਅਟਿਆ, ਉਹ ਬ੍ਰਹਮ ਅਟਿਆ ਹੋਇਆ, ਸਾਰੇ ਮਿਲਿਆ ਹੋਇਆ, ਵਿਆਪਕ ਹੈ। ਮਨ ਦੀ ਗਮਤਾ ਤੋਂ ਪਰੇ ਹੈ, ਅਗਮ ਹੈ। ਵੇਦਾਂ ਸ਼ਾਸਤਰਾਂ ਸਿਮਰਤੀਆਂ ਧਰਮ ਗ੍ਰੰਥਾਂ ਕਰਕੇ ਵੀ ਉਹ ਅਗਮ ਹੈ। ਵੇਦ ਸ਼ਾਸਤਰ ਵੀ ਉਹਦਾ ਗਮਤਾ ਨਹੀਂ ਪਾ ਸਕਦੇ ਹਨ, ਉਹਦਾ ਜਸ ਤਾਂ ਕਥਨ ਕਰਦੇ ਆ, ਸਾਰੇ ਉਹਨੂੰ ਬੇਅੰਤ ਬੇਅੰਤ ਹੀ ਕਹਿੰਦੇ ਆ। ਵੇਦ ਨੇਤ ਨੇਤ ਕਥੰਤ ਵੇਦਾ, ਊਚ ਮੂਚ ਅਪਾਰ ਗੋਬਿੰਦਾ ਹੈ। ਬੇਅੰਤ 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 ਕੋ ਕਰੰਤ ਪਾਠ ਪੇਖੀਐ। ਹਰੇਕ ਸਾਰੇ ਹੀ ਜਿੰਨੇ ਦੁਨੀਆ ਦੇ ਧਰਮ ਗ੍ਰੰਥ ਆ, ਸਾਰੇ ਪ੍ਰਭੂ ਨੂੰ ਬੇਅੰਤ ਬੇਅੰਤ ਹੀ ਕਹਿੰਦੇ ਆ ਵੀ ਉਹਦਾ ਅੰਤ ਕੋਈ ਨਹੀਂ, ਉਹਦੀ ਰਚਨਾ ਦਾ ਅੰਤ ਕੋਈ ਨਹੀਂ, ਉਹਦੀਆਂ ਦਾਤਾਂ ਦਾ ਅੰਤ ਕੋਈ ਨਹੀਂ, ਉਹਦੇ ਦਾਨ ਦਾ ਅੰਤ ਕੋਈ ਨਹੀਂ, ਕਿਸੇ ਪਾਸਿਓਂ ਉਹਦੇ ਗੁਣਾਂ ਦਾ ਅੰਤ ਕੋਈ ਨਹੀਂ, ਸਾਰੇ ਬੇਅੰਤ ਬੇਅੰਤ ਹੀ ਕਹਿੰਦੇ। ਇਸ ਕਰਕੇ ਕਿਉਂਕਿ ਉਹ ਤਾਂ ਉਹਦੇ ਪੈਦਾ ਕੀਤੇ ਹੋਏ ਭਗਤਾਂ ਸੰਤਾਂ ਨੂੰ ਬੇਅੰਤ ਬੇਅੰਤ ਕਹਿੰਦੇ। ਜਦੋਂ ਆਪਾਂ ਸੁਖਮਨੀ ਸਾਹਿਬ ਪੜ੍ਹਦੇ ਹਾਂ ਤੇ ਮਹਾਰਾਜ ਕਹਿੰਦੇ ਵੇਦ ਸਾਧੂ ਦੀ ਮਹਿਮਾ ਨਹੀਂ ਪੂਰੀ ਪੂਰੀ ਜਾਣਦੇ, ਤੇ ਸਾਧੂ ਤੇ ਉਸ ਪਰਮੇਸ਼ਰ ਬੇਅੰਤ ਦੀ ਰਚਨਾ ਵਿੱਚੋਂ ਉਹਦੀ ਇੱਕ ਭਗਤੀ ਕਰਨ ਵਾਲਾ ਜੀਵ ਹੈ ਨਾ, ਉਹਦੀ ਬੰਦਗੀ ਕਰਨ ਵਾਲਾ। ਤੇ ਉਹ ਪ੍ਰਮਾਤਮਾ ਤੇ ਆਪ ਕਿੱਡਾ ਵੱਡਾ, ਜਿਹਨੇ ਅਨੇਕਾਂ ਸਾਧੂ ਪੈਦਾ ਕੀਤੇ, ਜਿਸ ਨੇ ਅਨੇਕਾਂ ਸੰਤ ਪੈਦਾ ਕੀਤੇ, ਅਨੇਕਾਂ ਭਗਤ ਪੈਦਾ ਕੀਤੇ ਆ, ਆਪਣੇ ਸੇਵਕ ਪੈਦਾ ਕੀਤੇ। ਸਾਧ ਕੀ ਮਹਿਮਾ ਵੇਦ ਨਾ ਜਾਣ ਹੈ, ਜੇਤਾ ਸੁਣਹਿ ਤੇਤਾ ਬਖਿਆਨ ਹੈ। ਉਹਦੇ ਪੈਦਾ ਕੀਤੇ ਹੋਏ ਇੱਕ ਸਾਧੂ ਦੀ ਸਾਰੀ ਮਹਿਮਾ ਨਹੀਂ ਵੇਦ ਜਾਣਦਾ, ਤੇ ਉਹ ਪਰਮੇਸ਼ਰ ਦੇ ਗਮਤਾ ਉਹ ਕਿੱਥੇ ਲੈ ਸਕਦਾ, ਉਸ ਨੂੰ ਬੇਅੰਤ ਕਹਿੰਦਾ। ਇਸ ਕਰਕੇ ਉਹ ਵੇਦਾਂ ਸ਼ਾਸਤਰਾਂ ਦੀ ਗਮਤਾ ਤੋਂ ਵੀ ਪਰੇ ਹੈ, ਅਥਾਹ
ਉਹਦਾ ਹੱਥ ਨਹੀਂ ਪਾਇਆ ਜਾਂਦਾ, ਅੰਤ ਕੋਈ ਨਹੀਂ ਆਉਂਦਾ, ਇੰਨਾ ਡੂੰਘਾ ਹੈ। ਬੇਅੰਤ, ਅੰਤ ਤੋਂ ਪਰੇ ਬੇਅੰਤ ਹੈ। ਪਰੈ ਪਰਟਿਆ ਮਹਾਰਾਜ ਕਹਿੰਦੇ ਪਰੈ ਪਰਟਿਆ, ਪਰੇ ਤੋਂ ਪਰੇ ਹੈ। ਪ੍ਰਕਿਰਤੀ ਉਹਦੇ ਤੋਰੇ ਹੈ, ਉਹ ਪਰੇ ਤੋਂ ਪਰੇ ਹੈ। ਉਹਨੂੰ ਜਿੰਨਾ ਕਥਨ ਕਰੀਏ ਓਨਾ ਹੀ ਬੇਅੰਤ ਹੋ ਰਹੇ ਹੋ, ਉਹਦੇ ਬਾਰੇ ਕਥਨ ਹੀ ਨਹੀਂ ਕੀਤਾ ਜਾ ਸਕਦਾ। ਮਹਾਰਾਜ ਕਹਿੰਦੇ ਕਰੋੜਾਂ ਨੇ ਪਿੱਛੇ ਕਥਿਆ, ਕਰੋੜਾਂ ਹੁਣ ਕਥਾ ਕਰ ਰਹੇ, ਕਰੋੜਾਂ ਅੱਗੇ ਕਥਨ ਕਰਨਗੇ, ਤੇ ਜਿੰਨੇ ਕਥਨਗੇ ਸਾਰੇ ਬੇਅੰਤ ਬੇਅੰਤ ਹੀ ਕਹਿਣਗੇ। ਉਹਦੀ ਕਥਾ ਦਾ ਸਿਖਰ ਨਹੀਂ ਆਉਂਦਾ ਹੈ, ਆਨੰਦ ਹੀ ਲਿਆ ਜਾ ਸਕਦਾ ਹੈ, ਉਸ ਨੂੰ ਬੇਅੰਤ ਬੇਅੰਤ ਹੀ ਕਿਹਾ ਜਾ ਸਕਦਾ ਹੈ। ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ ਵਾਲੀ ਗੱਲ ਹੈ। ਇਸ ਕਰਕੇ ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਪਰੈ ਪ੍ਰਟਿਆ, ਪਰੇ ਤੋਂ ਪਰੇ ਹੈ ਪ੍ਰਭੂ। ਆਪੇ ਵੱਡ ਪਾਤਸ਼ਾਹ, ਆਪ ਹੀ ਉਹ ਵੱਡਾ ਪਾਤਸ਼ਾਹ ਹੈ। ਬਾਕੀ ਜਿੰਨੀ ਸ੍ਰਿਸ਼ਟੀ ਵਿੱਚ ਉਹਨੇ ਪਾਤਸ਼ਾਹ ਪੈਦਾ ਕੀਤੇ, ਰਾਜੇ ਮਹਾਰਾਜੇ ਪੈਦਾ ਕੀਤੇ ਨਾ, ਇਹ ਤਾਂ ਉਹਦੀ ਕਿਰਤ ਆ। ਜਿਨ੍ਹਾਂ ਨੂੰ ਉਹਨੇ ਰਾਜ ਭਾਗ ਦਿੱਤਾ, ਛੋਟੇ ਛੋਟੇ ਖਿੱਤੇ ਦਿੱਤੇ, ਸੂਬੇ ਦਿੱਤੇ, ਦੇਸ਼ ਦਿੱਤੇ, ਵੱਖ ਵੱਖ ਦੇਸ਼ਾਂ ਦੇ ਉਹਨੇ ਰਾਜੇ ਬਣਾ ਦਿੱਤਾ। ਕਿਸੇ ਨੂੰ ਕਿਸੇ ਦੇਸ਼ ਦਾ ਰਾਜਾ ਬਣਾਤਾ, ਕਿਸੇ ਨੂੰ ਕਿਸੇ ਦੇਸ਼ ਦਾ ਰਾਜਾ। ਪਰ ਸਮੁੱਚੀ ਲੁਕਾਈ ਦਾ ਵੱਡਾ ਪਾਤਸ਼ਾਹ ਤੇ ਉਹ ਆਪ ਹੀ ਆ। ਸਦਾ ਸਲਾਮਤ ਪਾਤਸ਼ਾਹੀ ਤਾਂ ਉਹਦੀ ਰਹਿਣ ਵਾਲੀ ਆ, ਕਾਇਮ ਦਾਇਮ ਸਦਾ ਪਾਤਸ਼ਾਹੀ। ਇਸ ਕਰਕੇ ਮਹਾਰਾਜ ਕਹਿੰਦੇ ਆਪੇ ਵੱਡ ਪਾਤਸ਼ਾਹੋ, ਆਪ ਉਹ ਵੱਡਾ ਪਾਤਸ਼ਾਹ ਹੈ। ਆਪ ਵਜ਼ੀਰ ਲਿਆ, ਤੇ ਆਪ ਹੀ ਉਹ ਵਜ਼ੀਰ ਹੈ, ਆਪ ਹੀ ਵੱਡਾ ਪਾਤਸ਼ਾਹ ਹੈ, ਤੇ ਆਪ ਹੀ ਉਹ ਆਪਣਾ ਵਜ਼ੀਰ ਹੈ। ਵਜ਼ੀਰ ਹੁੰਦਾ ਜਿਹੜਾ ਪਾਤਸ਼ਾਹ ਨੂੰ ਸਲਾਹ ਦੇਵੇ, ਮੰਤਰੀ ਹੁੰਦਾ ਜਿਹੜਾ ਮੰਤਰ ਮਸ਼ਵਰਾ ਦੇਵੇ, ਸਲਾਹ ਦੇਵੇ। ਉਹ ਸਲਾਹਕਾਰ ਵੀ ਆਪ ਆ, ਕਿਉਂਕਿ ਦੂਜੇ ਤੋਂ ਸਲਾਹ ਵੀ ਨਹੀਂ ਲੈਂਦਾ। ਉਹ ਜੋ ਕਿਛ ਕਰੇ ਸੋ ਆਪੇ ਕਰੇ, ਬੀਓ ਪੂਛ ਨਾ ਮਸਲਤ ਧਰੈ। ਜੇ ਉਹ ਸਲਾਹਾਂ ਲੈਣ ਲੱਗ ਪਵੇ ਤੇ ਜਿੰਨੀ ਦੁਨੀਆ ਵਾ ਸਾਰੇ ਫਿਰ ਸਲਾਹਾਂ ਦੇਣ ਲੱਗ ਪੈਣ ਉਸ ਨੂੰ, ਕਿਉਂਕਿ ਸਾਰੇ ਤੇ ਰੱਬ ਤੋਂ ਸਿਆਣੇ ਬਣੇ ਬੈਠੇ। ਫਿਰ ਸਾਰੇ ਉਹਨੂੰ ਸਲਾਹਾਂ ਦੇਣਗੇ। ਕੋਈ ਆਖੇਗਾ ਮੀਂਹ ਪਾ, ਹੁਣ ਮੀਂਹ ਦੀ ਲੋੜ ਆ, ਕੋਈ ਆਖੇਗਾ ਨਹੀਂ ਨਾ ਪਾ, ਜ਼ਿਆਦਾ ਪੈ ਗਿਆ। ਕਿਸੇ ਨੇ ਕੋਈ ਸਲਾਹ ਦੇਣੀ, ਕਿਸੇ ਨੇ ਕੋਈ ਸਲਾਹ ਦੇਣੀ। ਇਸ ਕਰਕੇ ਉਹਨੇ ਖੜਾ ਹੀ ਛੱਡਿਆ। ਉਹ ਕਹਿੰਦਾ ਮੈਂ ਨਹੀਂ ਤੁਹਾਡੀਆਂ ਸਲਾਹਾਂ ਲੈਂਦਾ, ਜੋ ਕੁਝ ਕਰਾਂਗਾ ਆਪੇ ਹੀ ਕਰਾਂਗਾ, ਦੂਜੇ ਨੂੰ ਪੁੱਛਣਾ ਹੀ ਨਹੀਂ ਮੈਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਜੋ ਕਿਛ ਕਰੈ ਸੋ ਆਪੇ ਕਰੈ, ਬੀਓ ਪੂਛ ਨਾ ਮਸਲਤ ਧਰੈ। ਦੂਜੇ ਤੋਂ ਸਲਾਹ ਨਹੀਂ ਮੰਗਦਾ, ਕਿਉਂਕਿ ਉਹ ਸਭ ਤੋਂ ਸਿਆਣਾ ਆਪ ਹੀ ਆ। ਆਪ ਹੀ ਉਹ ਪਾਤਸ਼ਾਹ ਹੈ ਵੱਡਾ, ਤੇ ਆਪ ਹੀ ਆਪਣਾ ਵਜ਼ੀਰ ਹੈ। ਤੇ ਦੂਜੇ ਅਰਥ ਵਿੱਚ ਇਹ ਵੀ ਕਿਹਾ ਹੈ ਵੀ ਆਪ ਹੀ ਉਹ ਵੱਡਾ ਪਾਤਸ਼ਾਹ ਹੈ, ਤੇ ਆਪ ਹੀ ਉਹ ਸੰਤ ਭਗਤ ਰੂਪੀ ਵਜ਼ੀਰ ਹੈ। ਆਪਣੇ ਪਿਆਰਿਆਂ ਤੋਂ ਉਹ ਸਲਾਹ ਲੈ ਵੀ ਲੈਂਦਾ। ਜਿਹੜੇ ਉਹਦੇ ਬਣ ਜਾਂਦੇ ਨਾ ਭਗਤ ਸੰਤ, ਉਹਨਾਂ ਨਾਲ ਉਹ ਗੱਲਬਾਤ ਕਰ ਵੀ ਲੈਂਦਾ ਹੈ। ਭਗਤ ਨਾਮਦੇਵ ਨਾਲ ਕੀਤੀਆਂ ਗੱਲਾਂ, ਕਬੀਰ ਸਾਹਿਬ ਨਾਲ ਕੀਤੀਆਂ, ਧੰਨਾ ਜੀ ਦੇ ਨਾਲ ਕੀਤੀਆਂ, ਪਰ ਕੋਈ ਇਸ ਅਵਸਥਾ ਤੇ ਪਹੁੰਚੇ ਉਹਨਾਂ ਨਾਲ ਉਹ ਗੱਲਬਾਤ ਕਰ ਵੀ ਲੈਂਦਾ ਹੈ। ਜਿਹੜੇ ਉਹਦੇ ਬਣ ਜਾਣ ਉਹਨਾਂ ਦੇ ਨਾਲ ਉਹਦੀ ਫਿਰ ਸਾਂਝ ਬਣਦੀ ਹੈ। ਉਹਦੇ ਉਹ ਵਜ਼ੀਰਾਂ ਦੀ ਤਰ੍ਹਾਂ ਬਣ ਜਾਂਦੇ। ਉਹ ਵੱਡਾ ਪਾਤਸ਼ਾਹ ਹੈ, ਉਹਦੇ ਸੰਤ ਭਗਤ ਉਹਦੇ ਵਜ਼ੀਰ ਹਨ। ਕੋਈ ਨਾ ਜਾਣੈ ਕੀਮਤ, ਕੋਈ ਵੀ ਉਸ ਵਾਹਿਗੁਰੂ ਦੀ ਪ੍ਰਾਪਤੀ ਦੀ ਕੀਮਤ ਨਹੀਂ ਜਾਣ ਸਕਦਾ ਵੀ ਉਹ ਕਿਵੇਂ ਪ੍ਰਾਪਤ ਹੁੰਦਾ ਹੈ। ਕੇਵਟ ਮਟਿਆ, ਮੱਟਿਆ, ਮੱਟ ਕਹਿੰਦੇ ਸਾਧ ਸੰਗਤ ਜੀ ਟਿਕਾਣੇ ਨੂੰ, ਅਸਥਾਨ ਨੂੰ। ਉਹਦਾ ਮੱਟ ਕਿੱਡਾ ਕੁ ਹੈ, ਉਹਦਾ ਟਿਕਾਣਾ ਕਿੱਡਾ ਕੁ ਵੱਡਾ ਹੈ, ਕੋਈ ਨਹੀਂ ਜਾਣ ਸਕਦਾ ਕੀਮਤ ਵੀ ਉਹਦਾ ਸੱਚਖੰਡ ਰੂਪੀ ਜੋ ਅਸਥਾਨ ਹੈ, ਸਤ ਸੰਗਤ ਰੂਪੀ ਅਸਥਾਨ ਹੈ, ਸ਼ਬਦ ਰੂਪੀ ਅਸਥਾਨ ਹੈ, ਕਿੱਡਾ ਵੱਡਾ ਹੈ, ਬੇਅੰਤੀ ਵੱਡਾ ਹੈ, ਕੋਈ ਨਹੀਂ ਜਾਣ ਸਕਦਾ ਹੈ। ਸੱਚਾ ਸਾਹਿਬ ਆਪ, ਉਹ ਸੱਚਾ ਮਾਲਕ ਆਪ ਹੈ ਪਰਮੇਸ਼ਰ। ਗੁਰਮੁਖ ਪ੍ਰਗਟਿਆ, ਤੇ ਗੁਰਮੁਖ ਪ੍ਰਗਟਿਆ, ਗੁਰਮੁਖਾਂ ਦੇ ਹਿਰਦੇ ਵਿੱਚ ਉਹ ਪ੍ਰਗਟ ਹੋਇਆ। ਉਹਨੇ ਆਪਣੇ ਆਪ ਨੂੰ ਜਿਹੜਾ ਸਰਬ ਵਿਆਪਕ ਹੈ, ਸਾਰੇ ਥਾਵਾਂ ਤੇ ਮਿਲਿਆ ਹੋਇਆ ਹੈ, ਵਿਆਪਕ ਹੋ ਰਿਹਾ ਹੈ। ਜਿਹੜੇ ਗੁਰੂ ਕੀ ਸ਼ਰਨ ਵਿੱਚ ਪੈਂਦੇ ਗੁਰਮੁਖ ਬਣਦੇ ਹਨ, ਗੁਰੂ ਕੀ ਸਿੱਖੀ ਪ੍ਰਾਪਤ ਕਰਦੇ ਆ, ਸਿਮਰਨ ਭਜਨ ਕਰਦੇ, ਉਹਨਾਂ ਗੁਰਮੁਖਾਂ ਦੇ ਵਿੱਚ ਆਪਣੇ ਆਪ ਨੂੰ ਫਿਰ ਉਹ ਪ੍ਰਗਟ ਕਰ ਲੈਂਦਾ ਹੈ। ਗੁਰਮੁਖਾਂ ਦੇ ਅੰਦਰ ਉਹ ਪ੍ਰਗਟ ਹੋਇਆ ਹੈ। ਤੋ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਰਾਮਕਲੀ ਰਾਗ ਦੀ ਦੂਸਰੀ ਵਾਰ ਪਹਿਲੀ ਪੌੜੀ ਸ਼ਲੋਕਾਂ ਦੇ ਸਹਿਤ ਗਰੀਬ ਨਵਾਜ ਨੇ ਪਵਿੱਤਰ ਉਪਦੇਸ਼ ਬਖਸ਼ਿਆ। ਮਹਾਰਾਜ ਸਾਹਿਬ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਕੋਈ ਨਾ ਜਾਣੈ ਕੀਮਤ, ਕੇਵਡ ਮਟਿਆ,
ਸੱਚਾ ਸਾਹਿਬ ਆਪ ਗੁਰਮੁਖ ਪ੍ਰਗਟਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।